ਵਾਹਿਗੁਰੂ ਸਾਹਿਬ ਜੀਓ ਦੋਹਰਾ। ਅਸ ਲੇਖਾ ਲਿਖ ਜਾਨ ਤੂੰ, ਜਿਸ ਤੇ ਊਨ ਨਾ ਹੋਏ। ਲਿਖੋ ਨਾਮ ਤਿਹ ਸਿਫਤ ਲਿਖ, ਅੰਤ ਨਾ ਪਾਰ ਔਰ ਕੋਇ। ਅਸ ਲੇਖਾ ਲਿਖ ਜਾਨ ਤੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ, ਜੋ ਸਤਿਗੁਰੂ ਮਹਾਰਾਜ ਦੇ ਅਵਤਾਰ ਤੋਂ ਪਹਿਲਾਂ ਦਾ ਸਮਾਂ ਕੀ ਸੀ, ਅਵਤਾਰ ਕਿਵੇਂ ਧਾਰਿਆ, ਫਿਰ ਅਵਤਾਰ ਧਾਰ ਕੇ ਆਪ ਨੇ ਬਾਲ ਲੀਲਾ ਕਿਵੇਂ ਕੀਤੀ ਅਤੇ ਉਪਰੰਤ ਉਪਦੇਸ਼ ਦੇਣਾ ਆਰੰਭ ਕਿਵੇਂ ਕੀਤਾ। ਪਾਂਦੇ ਪ੍ਰਤੀ ਉਪਦੇਸ਼ ਉਸ ਵਕਤ ਦੇ ਪਾਠਸ਼ਾਲਾ ਭਾਵ ਸਕੂਲ ਦੇ ਵਿੱਚ ਜਾ ਕੇ ਆਪ ਨੇ ਬਹੁਤ ਉੱਚਾ ਉਪਦੇਸ਼ ਦਿੱਤਾ ਹੈ ਔਰ ਉਸੇ ਉਪਦੇਸ਼ ਦੀ ਲੜੀ ਅੱਗੇ ਹਲੇ ਚੱਲ ਰਹੀ ਹੈ ਕਿ ਮੋਹ ਨੂੰ ਜਲਾ ਕਰਕੇ ਅਤੇ ਬਾਰ-ਬਾਰ ਅਭਿਆਸ ਕਰਕੇ ਘਸਾ ਕਰਕੇ ਚੰਗੀ ਤਰ੍ਹਾਂ ਫਿਰ ਉਹਦੀ ਸ਼ਾਹੀ ਬਣਾ ਕਰਕੇ ਸ਼ੁੱਧ ਬੁੱਧੀ ਦੇ ਕਾਗਜ਼ ਦੇ ਉੱਤੇ ਲਿਖ ਨਾਮ ਸਾਲਾਹ ਲਿਖ ਲਿਖ ਅੰਤ ਨਾ ਪਾਰਾਵਾਰ। ਇਉਂ ਗੁਰਾਂ ਨੇ ਬੜਾ ਸੁੰਦਰ ਉਪਦੇਸ਼ ਦਿੱਤਾ ਹੈ। ਹਲੇ ਸ਼ੁਰੂ ਹੈ ਉਪਦੇਸ਼, ਅੱਗੇ ਸ਼ਰਵਣ ਕਰਦੇ ਹਾਂ ਕਿਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰਿਸ਼ਟੀ ਨੂੰ ਤਾਰਿਆ ਹੈ। ਸੋ ਬਹੁ ਮੰਤਵੀ ਕਥਾ ਹੈ ਗੁਰੂ ਨਾਨਕ ਸਾਹਿਬ ਦੀ, ਦਸਾਂ ਗੁਰਾਂ ਦੀ। ਇਹਦੇ ਵਿੱਚ ਅੰਦਰ ਇੰਨੇ ਕੁ ਮੰਤਵ ਨਿਸ਼ਾਨੇ ਛੁਪੇ ਪਏ ਨੇ ਜਿਨ੍ਹਾਂ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਕਿ ਇਹ ਕਥਾ ਇੰਨੀ ਕਿਰਪਾਦਾਇਕ ਹੈ। ਸ਼ਰਵਣ ਕਰਦਿਆਂ ਕਰਦਿਆਂ ਬਿਰਤੀਆਂ ਦੀ ਇਕਾਗਰਤਾ ਹੋਣੀ, ਗੁਰੂ ਨਾਨਕ ਸਾਹਿਬ ਦੇ ਵਿੱਚ ਧਿਆਨ ਜਾਣਾ, ਮਨ ਨੇ ਚਾਰੇ ਪਾਸਿਓਂ ਖਿੰਡੇ ਹੋਏ ਮਨ ਨੇ ਇੱਕ ਹੋ ਜਾਣਾ, ਇਸੇ ਤਰ੍ਹਾਂ ਸੰਗਤ ਹੋ ਜਾਣੀ ਅਤੇ ਗੁਰਾਂ ਦਾ ਉਪਦੇਸ਼ ਸਾਡੇ ਹਿਰਦੇ 'ਚ ਵਸਣਾ। ਬਹੁਤ ਕੁਛ ਖਜ਼ਾਨਾ ਭਰਿਆ ਪਿਆ। ਚਾਰ ਪਦਾਰਥ ਕਥਾ ਦਿੰਦੀ ਹੈ। ਸਭ ਤੇ ਉੱਤਮ ਹਰ ਕੀ ਕਥਾ ਬਖਸ਼ਿਸ਼ ਕਰਦੇ ਨੇ ਸਤਿਗੁਰੂ ਮਹਾਰਾਜ। ਸੋ ਇਸ ਤਰ੍ਹਾਂ ਇਤਿਹਾਸ ਸ਼ਰਵਣ ਕਰਨ ਦੇ ਨਾਲ ਜਿਵੇਂ ਰੀੜ੍ਹ ਦੀ ਹੱਡੀ ਸਰੀਰ ਲਈ ਜ਼ਰੂਰੀ ਹੈ, ਇਹਦੇ ਤੋਂ ਬਿਨਾਂ ਸਰੀਰ ਇੱਕ ਜਗ੍ਹਾ ਖਲੋ ਨਹੀਂ ਸਕਦਾ, ਇਸੇ ਤਰ੍ਹਾਂ ਇਤਿਹਾਸ ਦੀ ਕਥਾ ਰੀੜ੍ਹ ਦੀ ਹੱਡੀ ਹੁੰਦੀ ਹੈ। ਔਰ ਗੁਰਬਾਣੀ ਦੇ ਇਤਿਹਾਸ, ਗੁਰਬਾਣੀ ਦੀ ਕਥਾ ਜੋ ਨਾਮ ਦਾ ਰਸ ਬਖਸ਼ਿਸ਼ ਕਰਦੀ ਹੈ, ਰਹਿਤ ਮਰਿਆਦਾ ਦਿੰਦੀ ਹੈ। ਕਈ ਚੀਜ਼ਾਂ ਰਲ ਕੇ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਇੱਕ ਆਤਮਿਕ ਗਿਆਨ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਇੱਕ ਉਹ ਚੀਜ਼ ਜਿਹੜੀ ਗੁਰਾਂ ਨੇ ਆਪਣਾ ਜੀਵਨ ਕਿਵੇਂ ਬਤੀਤ ਕੀਤਾ, ਵੱਡਿਆਂ ਦਾ ਸਤਿਕਾਰ ਕਿਵੇਂ ਕੀਤਾ, ਉਪਦੇਸ਼ ਕਿਵੇਂ ਕੀਤਾ, ਉਹ ਸਾਡੇ ਇਤਿਹਾਸ ਵਿੱਚ। ਇੱਕ ਉਹ ਗੱਲਾਂ ਜਿਹੜੀਆਂ ਨਾ ਸਮਝ ਆਉਂਦੀਆਂ ਹੋਣ, ਕੁਛ ਡੂੰਘਾਈ ਦੇ ਬਚਨ ਬਹੁਤ ਭਾਈ ਗੁਰਦਾਸ ਜੀ ਨੇ ਕਥਨ ਕੀਤੇ। ਇੱਕ ਉਹ ਰਹਿਤ ਮਰਿਆਦਾ ਜਿਹੜੀ 10ਵੇਂ ਪਾਤਸ਼ਾਹ ਨੇ ਲਿਖਵਾਈ, ਰਹਿਤ ਨਾਮੇ।
ਰਹਿਤਨਾਮੇ ਬਹੁਤ ਘੱਟ ਦੁਨੀਆ ਨੇ ਪੜ੍ਹੇ ਹੋਣੇ ਅਤੇ ਇੱਕ ਉਹ ਮਰਿਆਦਾਵਾਂ ਜਿਹੜੀਆਂ ਮਹਾਰਾਜ ਨੇ ਪਾਠਾਂ ਦੀ ਸੰਥਿਆ, ਪਾਠ ਕਿਵੇਂ ਕਰਨੇ ਨੇ, ਸਹਿਜ ਪਾਠ, ਅਖੰਡ ਪਾਠ, ਪ੍ਰਕਾਸ਼ ਕਿਵੇਂ ਕਰਨਾ, ਅੰਮ੍ਰਿਤ ਸੰਚਾਰ, ਸੋ ਇਹ ਚੀਜ਼ ਨੂੰ ਲਿਖਿਆ ਅੱਛੇ ਵਿਸਥਾਰ ਨਾਲ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ। ਗੁਰਬਾਣੀ ਪਾਠ ਦਰਸ਼ਨ ਉਦੋਂ ਲਿਖੀ ਗਈ ਅਤੇ ਫਿਰ ਗੁਰਬਾਣੀ ਪਾਠ ਦਰਪਣ ਇਹਦਾ ਦੂਸਰਾ ਰੂਪ ਹੋਇਆ। ਇਸੇ ਤਰ੍ਹਾਂ ਇੱਕ ਉੱਚ ਤਤਵੇਤਾ ਬ੍ਰਹਮ ਗਿਆਨੀ ਦੀ ਬਿਰਤੀ ਗੁਰਾਂ ਦੇ ਪਿਆਰ ਵਿੱਚ ਭਿੱਜੀ ਹੋਈ ਰਮਜ ਭਾਈ ਨੰਦ ਲਾਲ ਦੀਆਂ ਗਜ਼ਲਾਂ ਵਿੱਚ ਮਿਲਦੀ ਹੈ, ਜਿੱਥੋਂ ਸਾਨੂੰ ਪ੍ਰੇਮ ਕਰਨਾ ਮਿਲਦਾ, ਗੁਰਾਂ ਨਾਲ ਪਿਆਰ ਕਿਵੇਂ ਪਾਈਏ ਤੇ ਸਤਿਕਾਰ ਕਿਵੇਂ ਕਰੀਏ, ਉਹਨਾਂ ਨੂੰ ਕੀ ਸਮਝੀਏ ਤੇ ਆਪਣੇ ਆਪ ਨੂੰ ਕੀ ਸਮਝੀਏ। ਜਿਉਂ ਭਾਈ ਨੰਦ ਲਾਲ ਜੀ ਇੰਨਾ ਉੱਚਾ ਬਚਨ ਲਿਖਦੇ ਨੇ, ਕਹਿੰਦੇ ਮਹਾਰਾਜ ਤੁਹਾਡੀ ਉਪਮਾ ਕੀ ਆਖਾਂ, ਤੁਹਾਡੇ ਤਾਂ ਮੈਂ ਸੀਸ ਦੇ ਇੱਕ ਰੋਮ ਦਾ ਵੀ ਕਥਨ ਨਹੀਂ ਕਰ ਸਕਦਾ। ਇੱਕ ਰੋਮ ਹੀ ਇੰਨਾ ਸੋਹਣਾ, ਉਹਦੇ ਉੱਤੇ ਹੀ ਗਜ਼ਲ ਲਿਖ ਦਿੱਤੀ। ਸੋ ਇਸੇ ਤਰੀਕੇ ਨਾਲ ਵਾਰਾਂ ਭਾਈ ਗੁਰਦਾਸ ਦੂਜੇ ਦੀਆਂ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਇਸੇ ਤਰ੍ਹਾਂ ਮਹਾਰਾਜ ਨੇ ਕੁਝ ਬੀਤਿਆ ਹੋਇਆ ਇਤਿਹਾਸ ਸਤਿਯੁਗ ਤੋਂ ਲੈ ਕੇ ਹੁਣ ਤੱਕ ਤੋਂ ਲੈ ਕੇ ਆਉਣ ਵਾਲੇ ਸਮੇਂ ਤੱਕ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਦਰਜ ਕੀਤਾ, ਭੱਟਾਂ ਦੇ ਸਵਈਆਂ ਵਿੱਚ, ਨੇਕ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ। ਮਹਾਰਾਜ ਦਸਵੇਂ ਪਾਤਸ਼ਾਹ ਨੇ ਵੀ ਨੇਕ ਕਲੰਕ ਅਵਤਾਰ ਬਾਰੇ ਜ਼ਿਕਰ ਕੀਤਾ। ਸਤਿਗੁਰਾਂ ਨੇ ਜਾਪ ਸਾਹਿਬ ਦੀ ਬਾਣੀ 'ਚ ਅਕਾਲ ਪੁਰਖ ਨੂੰ ਨਮਸਕਾਰਾਂ ਕੀਤੀਆਂ। ਫਿਰ ਅਕਾਲ ਪੁਰਖ ਦੀ ਉਸਤਤੀ ਅਕਾਲ ਉਸਤਤ ਵਿੱਚ ਕੀਤੀ। ਜੋ ਚੰਡੀ ਨੇ ਚਰਿੱਤਰ ਕੀਤਾ ਉਹ ਦੋ ਭਾਗਾਂ ਵਿੱਚ ਲਿਖਿਆ। ਚਰਿੱਤਰ ਐਸਾ ਕੀਤਾ ਕਿ ਦੈਂਤ ਵੀ ਚੰਡੀ ਨੂੰ ਪੂਜਦੇ ਸੀ, ਦੇਵਤੇ ਵੀ ਜੰਗ ਦੀ ਦੇਵੀ ਨੂੰ। ਅਥਵਾ ਸ੍ਰਿਸ਼ਟੀ ਦੀ ਮਾਲਕ ਹੀ ਹੈ ਇੱਕ ਪ੍ਰਕਾਰ, ਪਰਮਾਤਮਾ ਨੇ ਸਾਜਿਆ ਦੂਈ ਕੁਦਰਤ ਸਾਜੀਆ, ਕਰ ਆਸਣ ਡਿਠੋ ਚਾਓ। ਜਦੋਂ ਵੀ ਲੜਨ ਵਾਸਤੇ ਦੈਂਤ ਚੰਡੀ ਦੇ ਸਾਹਮਣੇ ਜਾਂਦੇ ਸੀ ਤਾਂ ਚਰਨੀ ਪੈ ਜਾਂਦੇ ਸੀ ਕਿ ਤੇਰੇ ਨਾਲ ਅਸੀਂ ਨਹੀਂ ਲੜ ਸਕਦੇ ਮਾਤਾ, ਇੱਥੋਂ ਤਾਂ ਅਸੀਂ ਵਰ ਲੈਣੇ। ਪਰ ਦੈਂਤ ਮਾਰਨੇ ਵੀ ਜ਼ਰੂਰੀ ਸੀ। ਇਸ ਕਰਕੇ ਪਰਮਾਤਮਾ ਦੇ ਚਰਨਾਂ 'ਚ ਦੇਵਤਿਆਂ ਨੇ ਬੇਨਤੀ ਕੀਤੀ, ਇਹਨਾਂ ਨੂੰ ਮਾਰਨਾ ਵੀ ਜ਼ਰੂਰ ਹੈ ਜੀ, ਇਹ ਤਾਂ ਸ੍ਰਿਸ਼ਟੀ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਖੜੀ ਕਰ ਰਹੇ। ਚੰਡੀ ਨੂੰ ਹੁਕਮ ਹੋਇਆ ਕਿ ਦੈਂਤਾਂ ਨੂੰ ਤੁਸੀਂ ਮਾਰ ਦਿਓ। 45 ਪਦਮ ਦੈਂਤ ਮਾਰਨੇ ਨੇ। 45 ਪਦਮ ਤੋਂ ਭਾਵ ਜਦੋਂ ਅਰਬ ਖਰਬ ਗਿਣਤੀ ਆਉਂਦੀ ਹੈ, ਨੀਲ ਤੋਂ ਬਾਅਦ ਇਹ ਅੱਖਰ ਆਉਂਦਾ ਪਦਮ। 45 ਪਦਮ ਦੈਂਤ ਹੋਏ ਨੇ। ਕਹਿਣ ਲੱਗੀ ਜਦੋਂ ਸਾਹਮਣੇ ਜਾਂਦੀਆਂ ਚਰਨੀ ਪੈ ਜਾਂਦੇ ਨੇ, ਕਿਉਂਕਿ ਮੇਥੋਂ ਹੀ ਆਸ਼ੀਰਵਾਦ ਲੈਂਦੇ ਨੇ। ਕਹਿਣ ਲੱਗੇ ਚਰਿੱਤਰ ਕਰਨਾ ਪਵੇਗਾ। ਕੀ ਕਰਨਾ? ਕਹਿੰਦੇ ਤੁਸੀਂ ਰੂਪ ਬਦਲ ਲਓ, ਤੁਹਾਨੂੰ ਪਹਿਚਾਣ ਨਹੀਂ ਸਕਣਗੇ। ਸਧਾਰਨ ਇਸਤਰੀ ਜਾਣ ਕੇ ਤੁਹਾਡੇ ਨਾਲ ਜੰਗ ਕਰਨਗੇ। ਤੁਸੀਂ ਇਹਨਾਂ ਦਾ ਖਾਤਮਾ ਕਰਨਾ ਹੀ ਕਰਨਾ, ਨਹੀਂ ਤਾਂ ਇਹਨਾਂ ਦੀ ਗਿਣਤੀ ਸ੍ਰਿਸ਼ਟੀ 'ਤੇ ਇੰਨੀ ਵੱਧ ਜਾਵੇਗੀ ਕਿ ਦੁਨੀਆ 'ਚ ਸਿਰਫ ਦੈਂਤ ਹੀ ਨਜ਼ਰ ਆਉਣਗੇ। ਚੰਡੀ ਨੇ ਐਸਾ ਚਰਿੱਤਰ ਚਲਾਇਆ, ਆਪਣਾ ਰੂਪ ਤਬਦੀਲ ਕਰਕੇ ਦੁਰਗਾ ਰੂਪ ਬਣਾ ਲਿਆ ਅਤੇ ਦੈਂਤਾਂ ਨੂੰ ਖਤਮ ਕੀਤਾ ਦੁਰਗਾ ਰੂਪ ਧਾਰਨ ਕਰਕੇ। ਇਸ ਕਰਕੇ ਉਹਦਾ ਨਾਂ ਰੱਖਿਆ ਚੰਡੀ ਚਰਿੱਤਰ। ਇਹ 405 ਚਰਿੱਤਰਾਂ ਵਿੱਚ ਪਹਿਲੇ 2 ਚਰਿੱਤਰ ਨੇ। 405ਵਾਂ ਚਰਿੱਤਰ ਅਕਾਲ ਪੁਰਖ ਦਾ ਆਪਣਾ, ਜਦੋਂ ਸਰਬ ਲੋਹ ਰੂਪ ਧਾਰਿਆ ਸੀ।
ਅਤੇ ਉਦੋਂ ਦੈਂਤਾਂ ਨੂੰ ਮਾਰਿਆ ਸੀ ਆਪ ਜੀ ਨੇ। ਇਸ ਤਰੀਕੇ ਨਾਲ ਮਹਾਰਾਜ ਨੇ ਅਵਤਾਰਾਂ ਦੇ ਵਰਣਨ ਕੀਤੇ ਨੇ। ਉਹਨਾਂ ਦੀ ਜਾਣਕਾਰੀ ਸਹੀ ਰੂਪ ਦੇ ਵਿੱਚ ਤਾਂ ਕਿ ਸਿੱਖ ਇੱਧਰ ਉੱਧਰ ਨਾ ਭਟਕਣ। ਕੋਈ ਲੋੜ ਨਹੀਂ ਹੋਰ ਗ੍ਰੰਥ ਪੜ੍ਹਨ ਦੀ, ਜਾਣਕਾਰੀ ਪਿਛਲੀ ਇਹਨਾਂ ਤੋਂ ਮਿਲ ਜਾਵੇਗੀ। ਇਸੇ ਤਰ੍ਹਾਂ ਹੀ ਬਚਿੱਤਰ ਨਾਟਕ ਜੋ ਆਪਣੇ ਜੀਵਨ ਦਾ ਸਾਰਾ ਦੁਨੀਆ ਦੇ ਬਣਨ ਤੋਂ ਲੈ ਕੇ ਹੁਣ ਤੱਕ ਆਪਣੀ ਕੁਲ ਦਾ ਵਰਣਨ ਅਤੇ ਪਾਉਂਟਾ ਸਾਹਿਬ ਦਾ ਨਾਮ ਵੀ ਦੱਸਿਆ, ਸ਼ਹਿਰ ਪਾਮਟਾ ਕੀ ਸੁਧ ਲਈ। ਇਸ ਤਰ੍ਹਾਂ ਮਹਾਰਾਜ ਨੇ ਬਹੁਤ ਕੁਝ ਦਿੱਤਾ ਹੈ ਜਿਹਨੂੰ ਸਮਝਣ ਦੀ ਲੋੜ ਹੈ। ਔਰ ਇਹਦੇ ਵਿੱਚ ਮਹਾਰਾਜ ਨੇ ਇੰਨਾ ਕੁਝ ਦੇ ਕੇ, ਇੰਨਾ ਕੁਝ ਸੁਣਨ ਤੋਂ ਬਾਅਦ ਬਹੁਤ ਚੀਜ਼ਾਂ ਦਾ ਗਿਆਨ ਜਾ ਕੇ ਜੀਵਨ ਹੁੰਦਾ। ਸੋ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਬਖਸ਼ਿਸ਼ ਕਰਨਗੇ ਕਿ ਇਤਿਹਾਸ ਸਿੱਖ ਕੌਮ ਦਾ ਸ਼ੁਰੂ ਤੋਂ ਲੈ ਕੇ ਕਿਵੇਂ ਚੱਲਿਆ ਅਤੇ 10ਵੇਂ ਪਾਤਸ਼ਾਹ ਦੇ ਅਖੀਰ ਤੱਕ ਮਾਤਾ ਸੁੰਦਰ ਕੌਰ ਤੱਕ ਦਾ ਇਤਿਹਾਸ ਇਹਨਾਂ ਗ੍ਰੰਥਾਂ ਵਿੱਚ ਹੈ। ਆਓ ਸਤਿਗੁਰੂ ਨਾਨਕ ਦੇਵ ਜੀ ਜਿਵੇਂ ਬਖਸ਼ਿਸ਼ ਕਰਦੇ ਨੇ, ਗੁਰਬਾਣੀ ਦਾ ਉਪਦੇਸ਼ ਕਰ ਰਹੇ ਨੇ, ਪਾਂਧੇ ਪ੍ਰਤੀ ਸ਼ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸਰੋਨਣ ਮਨ ਗੁਣ ਹੈ ਪਉਣਾ, ਪਾਦੇ ਅਚਰਜ ਕੀਨਾ ਚੀਨਾ। ਸੁਣ ਕਰਕੇ ਆਪਣੇ ਕੰਨਾਂ ਦੇ ਵਿੱਚ ਮਨ ਦੇ ਅੰਦਰ ਵਿਚਾਰਿਆ, ਪਾਂਧੇ ਨੇ ਅਚਰਜ ਜਾਣਿਆ ਇਹ ਕੀ ਨਵਾਂ ਉਪਦੇਸ਼ ਹੈ। ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਅੱਜ ਤੱਕ ਸੁਣੀਆਂ ਸੀ ਉਹ ਕਿਸੇ ਨੇ ਨਹੀਂ ਸੀ ਕਿਹਾ ਕਿ ਮੋਹ ਨੂੰ ਸਾੜੋ, ਆਹ ਕਰਮ ਕਰੋ ਜਿਹੜੇ ਗੁਰੂ ਨਾਨਕ ਸਾਹਿਬ ਨੇ ਕਰਮ ਦੱਸੇ ਨੇ ਕਰਨੇ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ। ਇਹ ਨਹੀਂ ਕਿਸੇ ਨੇ ਅੱਜ ਤੱਕ ਕਿਹਾ ਸੀ ਕਿ ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਸ ਇਹੀ ਕਿਹਾ ਸੀ ਸਵੇਰੇ ਉੱਠ ਕੇ ਸੂਰਜ ਨੂੰ ਪਾਣੀ ਦਿਓ, ਸੋਮਵਾਰ ਨੂੰ ਚਿੱਟਾ ਦਾਨ, ਮੰਗਲ ਨੂੰ ਫਿਰ ਲਾਲ ਦਾਨ, ਬੁੱਧ ਨੂੰ ਹਰਾ ਦਾਨ। ਇੱਥੇ ਤੱਕ ਹੀ ਗੱਲ ਖੜੀ ਸੀ ਸਾਰੀ। ਪੰਛੀਆਂ ਨੂੰ ਸਤਨਾਜਾ ਪਾਉਣਾ, ਮੱਛੀਆਂ ਨੂੰ ਆਟਾ ਪਾਉਣਾ, ਹੋਰ ਮਾੜਾ ਮੋਟਾ ਇਸ ਤਰ੍ਹਾਂ ਦੇ ਦਾਨ ਪੁੰਨ ਆਦਿਕ ਦੱਸੇ ਜਾਂਦੇ ਸੀ। ਮਨੁੱਖ ਨੂੰ 68 ਤੀਰਥਾਂ ਤੇ ਨਹਾਉਣਾ, ਪੁਰਬ ਵਾਲੇ ਦਿਨ ਨਹਾਉਣਾ, ਸੂਰਜ ਗ੍ਰਹਿਣ ਤੇ ਪੂਜਾ ਕਰਨੀ, ਇਹ ਪੁਰਾਣੀਆਂ ਰੀਤੀਆਂ ਸਨ। ਪੁਰਾਣੇ ਸਮੇਂ ਵਿੱਚ ਆਪਣੇ ਥਾਂ ਤੇ ਕਾਮਯਾਬ ਸਨ। ਸੋ ਦੁਆਪਰ ਤੱਕ। ਪਰ ਜਦੋਂ ਕਲਯੁਗ ਦਾ ਸਮਾਂ ਆਇਆ ਭਿਆਨਕ, ਉਦੋਂ ਭਾਰੀ ਹਨੇਰੀ ਕਲਯੁਗ ਦੀ ਜਾ ਚੱਲੀ। ਇਹ ਨਿੱਕੇ ਨਿੱਕੇ ਗਿਆਨ ਦੇ ਦੀਵੇ ਬੁਝ ਗਏ ਸਾਰੇ। ਸਤਿਗੁਰੂ ਨਾਨਕ ਪ੍ਰਗਟਿਆ, ਫਿਰ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਆ। ਗੁਰੂ ਨਾਨਕ ਦੇਵ ਜੀ ਮਹਾਰਾਜ ਆਉਂਦਿਆਂ ਸਾਰ ਇਹਨਾਂ ਚੀਜ਼ਾਂ ਨੂੰ ਮਹਾਰਾਜ ਨੇ 2 ਨੰਬਰ ਤੇ ਕਰ ਦਿੱਤਾ ਕਿ ਠੀਕ ਹੈ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕ ਕਾ ਮਾਨ। ਇਹ ਤਿਲਕ ਜਿੰਨਾ ਮਾਨ ਮਿਲ ਜਾਂਦਾ। ਪਰ ਮੂਲ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਅੰਦਰ ਗੁਰਮੁਖ ਨਾਮਦਾਨ ਇਸ਼ਨਾਨ ਦੀ ਦਾਤ ਬਖਸ਼ਿਸ਼ ਕੀਤੀ। ਕਲਯੁਗ ਦੇ ਵਿੱਚ ਮਹਾਰਾਜ ਨੇ ਨਾਮ ਨੂੰ ਪਹਿਲੇ ਨੰਬਰ ਤੇ ਲਿਆਂਦਾ। ਇਹ ਦਾਨ ਹੈ, ਇਸ਼ਨਾਨ ਹੈ, ਭਾਵ 68 ਤੀਰਥਾਂ ਤੇ ਨਹਾਉਣਾ ਆਦਿਕ। ਸੋ ਇਸ ਤਰ੍ਹਾਂ ਪਹਿਲੇ ਯੁੱਗਾਂ ਦੇ ਵਿੱਚ ਜਿਵੇਂ ਦੱਸਿਆ ਮਹਾਰਾਜ ਨੇ ਸਤਿਯੁਗ ਸਤ। ਸਤਿਯੁਗ ਦੀ ਕੀ ਖਾਸੀਅਤ ਸੀ? ਲੋਕ ਸਤ ਪ੍ਰਤੱਗੀ, ਸਤ ਬੋਲਣਾ, ਜੋ ਕਹਿਣਾ ਸੋ ਸੱਚ ਕਹਿਣਾ, ਬੇਈਮਾਨੀ ਨਾ ਕਰਨੀ। ਕੋਈ ਇੰਨਾ ਜ਼ਿਆਦਾ ਮੋਹ ਮਾਇਆ ਮਮਤਾ ਵਿੱਚ ਨਹੀਂ ਸੀ। ਜੰਗਲਾਂ 'ਚ ਬੈਠੇ ਭਗਤੀ ਕਰੀ ਜਾਣੀ।
ਮਾਰਕੰਡਾ ਭਗਤ ਹੋਇਆ ਸੱਚਖੰਡ 'ਚ। ਕਿਸੇ ਨੇ ਕਿਹਾ, ਭਗਤ ਜੀ ਤੁਸੀਂ ਆਪਣੇ ਸਿਰ ਦੇ ਉੱਤੇ ਆ ਘਾਹ ਜਿਹਾ ਰੱਖੀ ਫਿਰਦੇ ਹੋ, ਜੇ ਸੱਜੇ ਪਾਸਿਓਂ ਧੁੱਪ ਆਉਂਦੀ ਸੱਜੇ ਪਾਸੇ ਕਰ ਲੈਂਦੇ ਹੋ, ਖੱਬੇ ਪਾਸੇ ਆਉਂਦੀ ਖੱਬੇ ਪਾਸੇ, ਉੱਤੋਂ ਮੀਂਹ ਪੈਂਦਾ ਸਿਰ ਤੇ ਰੱਖ ਲੈਂਦੇ ਹੋ ਘਾਹ ਦੀ ਪੰਡ ਜੀ, ਤੇ ਤੁਸੀਂ ਕੋਈ ਕੁਟੀਆ ਘਰ ਕੋਈ ਬਣਾ ਲਓ, ਮਾੜਾ ਮੋਟਾ ਝੌਂਪੜੀ ਬਣਾ ਲਓ। ਅੱਗਿਓਂ ਭਗਤ ਜੀ ਕਹਿੰਦੇ ਲੱਖ ਵਾਰਾ ਤਾਂ ਜਿਉਣਾ ਸਾਰਾ, ਕਿਹੜਾ ਬਹੁਤੀ ਦੇਰ ਰਹਿਣਾ ਇੱਥੇ, ਘਰ ਬਣਾਉਣ ਦੀ ਕੀ ਲੋੜ ਹੈ। ਕਿਉਂਕਿ ਅੱਜ ਤੋਂ 35 ਲੱਖ ਸਾਲ ਪਹਿਲਾਂ ਸਤਿਯੁਗ ਸੀ, ਜੇ ਉਹਨਾਂ ਦੀ ਉਮਰਾਂ ਦੇ ਹਿਸਾਬ ਨਾਲ ਚੱਲੀਏ, ਰਿਹਾ ਵੀ ਬਹੁਤ ਬਹੁਤ ਸਮਾਂ ਹੈ। ਸੋ ਇਸ ਕਰਕੇ ਉਹ ਜਿਹੜਾ ਸਮਾਂ ਸੀ ਉਹਨਾਂ ਦੇ ਵਿੱਚ ਸੰਸਾਰ ਦੇ ਜੀਵ ਉਦੋਂ ਬਸ ਇੱਕ ਸੱਚ ਬੋਲਣਾ, ਸਤ ਪ੍ਰਤੱਗੀ ਹੋਣਾ, ਫਿਰ ਹੌਲੀ ਹੌਲੀ ਸਤਿਯੁਗ ਸਤ ਤੇਤਾ ਜੱਗੀ। ਤ੍ਰੇਤੇ ਵਿੱਚ ਲੋਕ ਪੈਸਾ ਬਹੁਤ ਹੋਇਆ, ਜੱਗ ਕਰਨੇ, ਬਸ ਇਹੀ ਖੁਸ਼ੀ ਹੁੰਦੀ ਸੀ ਵੀ ਦੂਜੇ ਨੂੰ ਖਵਾ ਕੇ ਖੁਸ਼ ਰਹਿਣਾ। ਬੜੇ ਬੜੇ ਜੱਗ ਲਾ ਦੇਣੇ ਕਈ ਕਈ ਸਾਲ ਤੱਕ, ਔਰ ਰੋਟੀ ਖਵਾਈ ਜਾਣੀ ਸਭ ਨੂੰ, ਔਰ ਖੁਸ਼ ਹੋਣਾ ਕਿ ਮੈਂ ਬਹੁਤ ਪੁੰਨ ਦਾ ਕੰਮ ਕਰ ਰਿਹਾ। ਔਰ ਇਸ ਤੋਂ ਬਾਅਦ ਦੁਆਪਰ ਪੂਜਾ 4, ਦੁਆਪਰ ਦੇ ਵਿੱਚ ਲੋਕੀ ਪੂਜਾ ਬਹੁਤੀ ਕਰਨ ਲੱਗ ਪਏ। ਸੋ तीनों युग तीनों देड़े कल केवल नाम आधार। हुण गुरु नानक साहब ने क्या ना तो हुण ये वो गल चलनी है, क्योंकि सच तो कोई बोलता नहीं, कूड़ फेरा प्रधान वे ला लो। फिर अगे जग की गल चली, सालां साल लोकां नूं रोटी खवाउणी, तां अपना काम मसां चलदा घर दा। फिर गल आई पूजा की, पूजा ते असली पूजा ते टाइम बहुत लग जाता। पूजा 16 प्रकार की होंगी, 16 तरह की पूजा आवेगी कथा दे विच, देखांगे कि गुरु घर की किहड़ी है ते बाहरली किहड़ी है। इसे तरह ही पूजा तो बाद हुण कलयुग के समय में उन्हां चीज़ां दा जे आपां कर भी लईए तां इन्ना प्रभाव नहीं बनता, असर नहीं बनता। इस कलयुग के समय में सिर्फ नाम की ही महानता है। अब कलु आयो रे, एक नाम बोहो बोहो, अनरुत नाही नाही, मत भरम भूलो भूलो। सो इस तरह महाराज जो पांधे नूं ये चीज़ां सुणाइयां कि आह कर्म करना है, तो पांधे ने कदे भी ये चीज़ां नहीं सी सुनियां। वो तां मन दे अंदर हैरान हो रहा है जान के कि छोटा जिहा बालक मैनू कितना उच्चा उपदेश कर रहा है, मानो उहदे भाग खुल गए। तुति इंद्र आकिंद जान बैन इनकीना। मानो दूज दे चंद्रमा वर्गे सोहणे सतगुरु नानक देव जी ने पुन्निया दे चंद वांगू रूप चांदनी दा, जिहड़ा महाराज दा चांदनी वर्गा रूप है ना, सुंदर है। वो जिहड़े महाराज सच्चे पातशाह दे ज्यों जौन बैन इनकीन, वो जिहड़े बचन ने महाराज सच्चे पातशाह दे, वो जिवें चंद्रमा दी चांदनी खिलर जाती ने चारे पासे, या गुरां दे बचनां ने चानण कर दिता मना दे अंदर। सो पए चित चकोर रुच चमके चारू। सो चित दे विच जिवें चाह पैदा हुई, चित रूपी चकोर बन गया, अंदरों रुचि पैदा हुई, अते सुंदर चमकी चारू। रुचि चमकी है, चारू तो भाव सुंदर जिहड़ी रुचि सी वो चित्त दे अंदर पैदा हुई चकोर वांगू। गुरु नानक देव जी का उपदेश, महाराज का चेहरा ज्यों दूज का चंद्रमा हुंदा है, द्वितीय इंद्र आकिंद ज्यों जौन बैन इनकीन। जिहड़े बचन सी वो चंद्रमा की चांदनी वांगू फैल गए, चेहरा चंद्रमा वर्गा है, अते पंडित का चित्त चकोर बन गया है। क्योंकि जो यह जिहा उपदेश पहली बार सुनो तो बड़ी हैरानीजनक जी हुंदी है। हुण भी जिवें कथा बहुती रिपोर्ट यही आ भी असीं कदे भी नहीं सुनी इदां दी कथा, जे ये कथा गुरु नानक साहब का बचपन, क्यों इधर नूं कदे कोई लग्या ही नहीं, ना ही किसी का मन ही करदा
ਨਾ ਹੀ ਗੁਰਾਂ ਪ੍ਰਤੀ ਕਿਸ ਦਾ ਪਿਆਰ ਹੈ ਬਹੁਤਾ। ਹੋਰ ਹੀ ਪਾਸੇ ਨੂੰ ਸਾਰੇ ਜਾਣੇ ਤੁਰੇ ਹੋਏ ਨੇ, ਹੋਰ ਪਾਸੇ ਕਥਨ ਕੀ ਕਰਨੇ, ਸਭ ਨੂੰ ਪਤਾ ਹੀ ਕੀ ਹੋ ਰਿਹਾ। ਸੋ ਇਸ ਕਰਕੇ ਪੰਡਤ ਵੀ ਹੈਰਾਨ ਸੀ ਕਿ ਮੈਨੂੰ ਪਹਿਲੀ ਵਾਰੀ ਇਹੋ ਜਿਹਾ ਸੁੰਦਰ ਉਪਦੇਸ਼ ਬਖਸ਼ਿਆ ਮਹਾਰਾਜ ਨੇ। ਬਾਲਣ ਤੋਲਣਾ ਬਾਲ ਅਚਾਰੂ। ਇਹਨਾਂ ਦੇ ਜਿਹੜੇ ਕਰਤੱਵ ਨੇ ਨਾ, ਉਹ ਬਾਲਕਾਂ ਵਰਗੇ ਨਹੀਂ ਹਨ, ਇਹ ਤਾਂ ਵਿਸ਼ੇਸ਼ ਹਨ ਕੋਈ। ਕਲਾ ਵਿਸਾਲ ਦਿਆਲ ਪਲ ਭਾਂਤੀ। ਇਹਨਾਂ ਦੇ ਅੰਦਰ ਤਾਂ ਬਹੁਤ ਵੱਡੀ ਕਲਾ ਹੈ, ਬੜੇ ਦਿਆਲੂ ਨੇ ਭਲੀ ਭਾਂਤ। ਜਨ ਕਲ ਮਲ ਕਲ ਬਲ ਆ ਰਾਤੀ। ਮਾਨੋ ਕਹਿੰਦੇ ਇਹ ਤਾਂ ਕਲਯੁਗ ਦੇ ਵਿੱਚ ਸੱਚੇ ਪਾਤਸ਼ਾਹ ਜਦੋਂ ਜਿਹੜੇ ਪਾਪ ਨੇ ਨਾ ਕਲਯੁਗ ਦੇ ਸਮੇਂ ਦੇ ਵਿੱਚ, ਉਹ ਬਹੁਤ ਜ਼ਿਆਦਾ ਜਿਵੇਂ ਬਲਵਾਨ ਹੋ ਕੇ ਵੈਰੀ, ਮਾਨੋ ਕਲਯੁਗ ਦੇ ਬਲੀ ਪਾਪਾਂ ਦੇ ਵੈਰੀ ਨੇ। ਪਹਿਲਾਂ ਤਾਂ ਕਲਯੁਗ ਦੇ ਪਾਪ ਬੰਦਿਆਂ ਦੇ ਉੱਤੇ ਭਾਰੂ ਹੋ ਕੇ ਵੈਰੀ ਬਣੇ ਬੈਠੇ ਸੀ। ਹੁਣ ਉਲਟ ਗੱਲ ਹੋ ਗਈ, ਗੁਰੂ ਨਾਨਕ ਦੇਵ ਜੀ ਜਦ ਦੇ ਆਏ ਨੇ, ਕਲਯੁਗ ਦੇ ਭਾਰੀ ਪਾਪਾਂ ਨੂੰ ਵੈਰੀ ਰੂਪ ਹੋ ਗਏ, ਭਾਵ ਟੱਕਰ ਲੈ ਕੇ ਗੁਰੂ ਨਾਨਕ ਦੇਵ ਜੀ ਇਹਨਾਂ ਪਾਪਾਂ ਦਾ ਕਲਯੁਗ ਦੇ ਜੀਵਾਂ ਦੇ ਮਨਾਂ ਦੇ ਅੰਦਰੋਂ ਨਾਸ਼ ਕਰ ਦੇਣਗੇ। ਸੂਝ ਪਰੇ ਬੂਝਨ ਹਿਤ ਉਦਤ ਉਦਤਿਓ। ਹੁਣ ਸਮਝ ਪੈ ਗਈ, ਪੁੱਛਣ ਵਾਸਤੇ ਤਿਆਰ ਹੋ ਗਿਆ। ਕਮਲ ਬਦਨ ਅਲ ਬਚ ਗੁਰ ਬਿਦਤਿਓ। ਕਮਲ ਸਰੀਖੇ ਮੁਖ ਵਿੱਚੋਂ ਜਿਹੜੇ ਵਾਕ ਸਨ, ਭੌਰੇ ਰੂਪੀ ਜਿਹੜੇ ਵਾਕ ਸਨ, ਸਤਿਗੁਰੂ ਮਹਾਰਾਜ ਦੇ ਸਨਮੁਖ ਪ੍ਰਗਟ ਕੀਤੇ। ਆਰਜ ਸੁਜਨ ਭਜਨ ਜਲ ਮੀਨਾ। ਇਸ ਤਰ੍ਹਾਂ ਸ੍ਰੇਸ਼ਟ ਭਗਤ ਆਰਜ ਸੁਜਨ, ਸ੍ਰੇਸ਼ਟ ਭਗਤ ਜਿਹਨੇ ਭਜਨ ਜਲ ਮੀਨਾ, ਭਜਨ ਰੂਪੀ ਜਲ ਵਿੱਚ ਮੱਛੀ ਵਾਂਗੂ ਰਹਿਣ ਵਾਲੇ ਮੈਂ ਸੁਣੇ ਨੇ, ਦੇਖੇ ਹਨ। ਸੁਨੇ ਸੋ ਦੇਖੇ ਮੈਂ ਅਤ ਦੀਨਾ। ਉਹ ਮੈਂ ਅਤ ਗਰੀਬ ਜਿਹੜੇ ਨੇ ਰੱਬ ਦੇ ਪਿਆਰੇ ਦੇਖੇ ਹੋਏ ਹਨ। ਅਸਨ ਬਸਨ ਤਨ ਪ੍ਰਾਪਤ ਨਾਹੀ। ਨਾ ਉਹ ਰੱਬ ਦੇ ਪਿਆਰਿਆਂ ਨੂੰ ਭੋਜਨ ਖਾਣ ਨੂੰ, ਨਾ ਕੱਪੜੇ ਸਰੀਰ ਤੇ ਪਾਉਣ ਨੂੰ। ਆਵ ਹੈ ਖਾਹੇ ਰੰਕ ਸੇ ਆਹੀ। ਤੇ ਆਵਹਿ ਖਾਹੇ ਆਉਂਦੇ ਨੇ, ਖਾਂਦੇ ਨੇ, ਰੰਕ ਸੇ ਆਹੀ ਭਾਵ ਕੰਗਾਲਾਂ ਵਰਗੇ ਹਨ। ਇਸ ਕਰ ਮੋਰੇ ਔਰ ਸਰਦਾ ਹਾਰੀ। ਇਸ ਕਰਕੇ ਮੇਰੀ ਜਿਹੜੀ ਸ਼ਰਧਾ ਸੀ ਉਹ ਹਾਰ ਗਈ। ਵੀ ਭਗਤੀ ਕਰਕੇ ਤਾਂ ਬੰਦਾ ਕੰਗਾਲ ਜਿਹਾ ਹੀ ਰਹਿੰਦਾ। ਭਗਤੀ ਨਾਲ ਬੰਦੇ ਨੂੰ ਕੀ ਮਿਲਦਾ? ਬੰਦੇ ਨੂੰ ਚਾਹੀਦਾ ਬਹੁਤ ਕੁਝ। ਬੰਦੇ ਦੀ ਇੱਕ ਤਮੰਨਾ ਹੁੰਦੀ ਹੈ। ਭਗਤ ਕਬੀਰ ਜੀ ਵੇਲੇ ਕਈ ਸਾਲ ਤੱਕ ਉਹਨਾਂ ਨਾਲ ਇੱਕ ਸੇਵਕ ਰਿਹਾ। ਰਾਮ ਰਾਮ ਦਾ ਜਾਪ ਕਬੀਰ ਜੀ ਕਰਾਉਂਦੇ ਰਹੇ। ਫੜ ਲੈ ਵੀ ਮਾਲਾ, ਕਰ ਰਾਮ ਰਾਮ, ਇੱਕ ਟਾਈਮ ਰੋਟੀ ਖਵਾਉਣੀ, ਰਾਮ ਰਾਮ ਜਪਾਉਣਾ। ਸੋ ਇੱਕ ਦਿਨ ਉਹ ਚੁੱਪ ਕਰਕੇ ਉੱਥੋਂ ਖਿਸਕ ਗਿਆ। ਕਾਫੀ ਸਮੇਂ ਬਾਅਦ ਕਬੀਰ ਜੀ ਨੂੰ ਰਸਤੇ 'ਚ ਆਉਂਦਾ ਹੋਇਆ ਮਿਲਿਆ, ਸਿਰ ਘੋਣ ਮੋਣ ਜਿਹਾ ਕੀਤਾ ਹੋਇਆ। ਕਬੀਰ ਜੀ ਕਹਿੰਦੇ, ਉਹ ਤੂੰ ਇੱਧਰ ਕਿੱਧਰ ਫਿਰਦਾ, ਕਿੱਥੇ ਛੱਡ ਕੇ ਚਲਿਆ ਗਿਆ? ਕਹਿਣ ਲੱਗਾ, ਕਬੀਰ ਜੀ ਤੁਹਾਡੇ ਕੋਲ ਤੇ ਜਦੋਂ ਦੇ ਆਏ ਆ 10-15 ਸਾਲ ਹੋ ਗਏ, ਕੋਈ ਖਾਸ ਨਹੀਂ ਗੱਲ ਬਣੀ। ਕਹਿੰਦੇ ਆ ਹੁਣ ਫਲਾਣੇ ਸੰਤ ਨੇ, ਉਹਨਾਂ ਨੇ ਮੈਨੂੰ ਸ਼ਿਵਾਂ ਦਾ ਮੰਤਰ ਦਿੱਤਾ, ਬੜਾ ਉਹਦੇ ਨਾਲ ਖੀਰ ਪੂੜੇ ਕੜਾਹ ਸੋਨਾ ਚਾਂਦੀ ਗਹਿਣੇ ਕੱਪੜਾ ਲੀੜਾ ਮੌਜਾਂ ਹੀ ਲੱਗੀਆਂ ਪਈਆਂ। ਕਬੀਰ ਜੀ ਹੱਸ ਕੇ ਕਹਿਣ ਲੱਗੇ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੁੰਡੋ ਜਾਏ। ਹੁਣ ਵਾਲ ਕਟਾਈ ਫਿਰਦਾ, ਟੱਲੀ ਵਰਗਾ ਸਿਰ ਕੱਢਿਆ ਹੋਇਆ। ਇਹ ਜਿਹੜੀ 4 ਦਿਨ ਦੀਆਂ ਖੀਰ ਕੜਾਹ ਨੇ ਨਾ, ਇਹ ਬਿਮਾਰੀ ਦਾ ਘਰ, ਇਹ ਲੇਖਾ ਦੇਣੇ ਪੈਣੇ। ਤੈਨੂੰ ਮੈਂ ਭਗਤੀ ਕਰਵਾਈ ਸੀ ਪ੍ਰਮਾਤਮਾ ਦੀ। ਕਹਿੰਦਾ ਜੀ ਪ੍ਰਮਾਤਮਾ ਕਿਹੜਾ ਕਦੇ ਦੇਖਿਆ ਕਿਸੇ ਨੇ? ਕਬੀਰ ਜੀ ਕਹਿਣ ਲੱਗੇ, ਓਏ ਜੋ ਦਿਸ ਹੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਉਹ ਆਕਾਸ਼ ਤਾਰੇ ਕਿਹਨੇ ਬਣਾਏ ਨੇ? ਹੈ ਤਾਰੇ ਤੂੰ ਬਣਾਏ, ਤੇਰੇ ਘਰਦਿਆਂ ਨੇ ਬਣਾਏ, ਜਾਂ ਕੀ ਹੋਰ ਕੋਈ ਦੱਸ ਕਿਹੜੇ ਬੰਦੇ ਨੇ ਬਣਾਏ ਤਾਰੇ? ਰੱਬ ਤਾਰੇ ਬਣਾਉਂਦਾ ਕਿ ਬੰਦਾ ਬਣਾਉਂਦਾ? ਕਿਹਨੇ ਬਣਾਏ ਤਾਰੇ? ਇਸ ਕਰਕੇ ਪਰਮਾਤਮਾ ਹੈ, ਉਹਦੀ ਹੋਂਦ ਹੈ, ਪਰ ਤੂੰ ਚਾਹੁੰਦਾ ਕਿ ਮੈਂ ਐਸ਼ ਵੀ ਕਰਾਂ ਤੇ ਨਾਮ ਵੀ ਜਪਾਂ। ਇਸ ਕਰਕੇ ਪੁਰਾਣੀਆਂ ਗੱਲਾਂ ਨੂੰ ਸੁਣ ਕੇ ਪੰਡਤ ਕਹਿੰਦਾ,
ਮੈਨੂੰ ਜੀ ਇਉਂ ਪ੍ਰਤੀਤ ਜਿਹਾ ਹੁੰਦਾ ਸੀ ਕਿ ਰੰਕ ਜੇ ਬੰਦੇ ਹੁੰਦੇ ਨੇ, ਨਾ ਕੋਈ ਕੱਪੜਾ ਹੁੰਦਾ, ਨਾ ਉਹਨਾਂ ਕੋਲੇ ਕੋਈ ਖਾਣ ਨੂੰ ਹੁੰਦਾ, ਨਾ ਉਹਨਾਂ ਕੋਲ ਰਹਿਣ ਨੂੰ ਹੁੰਦਾ। ਇਸ ਕਰਕੇ ਮੈਂ ਸ਼ਰਧਾ ਤਿਆਗ ਦਿੱਤੀ ਸੀ। ਸਿਰ ਮਰਨਾ ਸਭ ਹਨ ਇੱਕ ਸਾਰੀ। ਫਿਰ ਸਾਰਿਆਂ ਦੇ ਸਿਰ ਤੇ ਮਰਨਾ ਇੱਕੋ ਜਿਹੀ ਆ, ਚਾਹੇ ਕੋਈ ਕੰਗਾਲ ਹੈ, ਭਗਤ ਹੈ, ਅਮੀਰ ਹੈ, ਗਰੀਬ ਹੈ, ਕਾਹਨੂੰ ਔਖੇ ਹੋ ਕੇ ਮਰਨਾ। ਇਸ ਕਰਕੇ ਬੰਦੇ ਨੂੰ ਚਾਹੀਦਾ ਦੁਨੀਆ 'ਚ ਐਸ਼ ਕਰਨੀ ਚਾਹੀਦੀ, ਮੌਜਾਂ ਕਰਨੀਆਂ ਚਾਹੀਦੀਆਂ। ਰੱਬ ਦੇ ਨਾਂ 'ਚ ਕੀ ਪਿਆ, ਤਾਂ ਮੇਰੀ ਸ਼ਰਧਾ ਰੱਬ ਦੇ ਨਾਂ ਤੋਂ ਪਹਿਲਾਂ ਘਟ ਗਈ ਸੀ। ਮਹਾਰਾਜ ਇਹ ਤਾਂ ਆਪ ਨੇ ਕਿਰਪਾ ਕੀਤੀ ਹੈ ਸਾਡੇ ਉੱਤੇ। ਦੋਹਰਾ ਧਰਾ ਧੀਰ ਦਾ ਧਰਮ ਤੁਰ, ਪਾਦੇ ਕੇ ਸੁਨ ਬੈਨ। ਜ਼ਮੀਨ ਨੂੰ ਧੀਰਜ ਦੇਣ ਵਾਲੇ ਧਰਮ ਦਾ ਆਸਰਾ ਗੁਰੂ ਨਾਨਕ ਦੇਵ ਜੀ ਨੇ ਜਦ ਉਹਦੀਆਂ ਘਟੀਆਂ ਜਿਹੀਆਂ ਗੱਲਾਂ ਸੁਣੀਆਂ ਔਰ ਦਿਲ ਢੱਠਾ ਜਿਹਾ ਸੁਣਿਆ, ਮਹਾਰਾਜ ਕਹਿੰਦੇ ਵਾਹ, ਇਹ ਤੈਨੂੰ ਤੇਰੇ ਖਿਆਲ 'ਚ ਇਹ ਭਗਤੀ ਹੁੰਦੀ ਹੈ, ਔਰ ਜਿਹੜੀ ਤੂੰ ਕਰਦਾ ਇਹ ਕੀ ਚੀਜ਼ ਹੈ, ਇਹਦੇ ਬਾਰੇ ਵੀ ਤੈਨੂੰ ਦੱਸ ਦਿੰਦੇ ਹਾਂ। ਦੁਤੇ ਸ਼ਬਦ ਪਦ ਬਦਨ ਤੇ ਬਦ ਤੰ ਸਰਦਾ ਦੈਨ। ਦੂਸਰਾ ਸ਼ਬਦ ਦਾ ਪਦਾ ਜਿਹੜਾ ਸੀ ਮਹਾਰਾਜ ਨੇ ਦੂਸਰੀ ਪੌੜੀ ਆਪਣੇ ਮੁਖ ਵਿੱਚੋਂ ਸਤਿਗੁਰਾਂ ਨੇ ਉਚਾਰਨ ਕੀਤੀ। ਗੁਰੂ ਨਾਨਕ ਦੀ ਬਾਣੀ ਜੋ ਸ਼ਰਧਾ ਦੇ ਦੇਣ ਵਾਲੀ। ਸ੍ਰੀ ਮੁਖ ਵਾਕ ਜਿੱਥੈ ਮਿਲਹਿ ਵਡਿਆਈਆਂ, ਸਦ ਖੁਸ਼ੀਆਂ ਸਦ ਚਾਉ। ਜਿੱਥੇ ਪ੍ਰਲੋਕ ਦੇ ਵਿੱਚ ਜਾ ਕੇ ਤੈਨੂੰ ਪਤਾ, ਭਾਵੇਂ ਠੀਕ ਹੈ ਕਿ ਇੱਥੇ ਭਗਤਾਂ ਨੂੰ ਸੰਸਾਰ ਦੇ ਅੰਦਰ ਕਈ ਔਂਕੜਾਂ ਝੱਲਣੀਆਂ ਪੈਂਦੀਆਂ ਨੇ, ਕਿੰਨਾ ਕੁ ਚਿਰ ਥੋੜੀ ਉਮਰ ਹੁੰਦੀ ਹੈ, 20, 50, 60, 80, 100 ਸਾਲ। ਪਰ ਜਿੱਥੇ ਪ੍ਰਲੋਕ ਵਿੱਚ ਰੱਬ ਦੇ ਦਰ ਤੇ ਤੈਨੂੰ ਪਤਾ ਕਿੰਨੀਆਂ ਵਡਿਆਈਆਂ ਮਿਲਦੀਆਂ ਇਨਸਾਨ ਨੂੰ ਉੱਥੇ ਜਾ ਕੇ। ਸਦ ਖੁਸ਼ੀਆਂ ਸਦ ਚਾਓ, ਜਿੱਥੇ ਖੁਸ਼ੀਆਂ ਹੀ ਖੁਸ਼ੀਆਂ ਨੇ, ਚਾਓ ਹੀ ਚਾਓ ਨੇ। ਇੱਥੇ ਕਿਸੇ ਦੇ ਘਰੇ ਲੜਕਾ ਹੋ ਜੇ, ਸਾਰਾ ਟੱਬਰ ਖੁਸ਼ ਹੋਇਆ ਫਿਰਦਾ, ਚਾਓ ਚਾਹ ਖੁਸ਼ੀਆਂ। ਥੋੜੇ ਦਿਨ ਹੁੰਦਾ, ਬਸ ਫਿਰ ਨਾਰਮਲ ਹੋ ਜਾਂਦਾ। ਫਿਰ ਵਿਆਹ ਤੇ ਬੜਾ ਭੰਗੜਾ, ਖੁਸ਼ੀਆਂ, ਚਾਓ। ਉਹ ਵੀ ਥੋੜੇ ਦਿਨ ਹੁੰਦਾ, ਉਹ ਵੀ ਥੋੜੇ ਦਿਨਾਂ ਬਾਅਦ ਖਤਮ ਜਿਹਾ ਹੋ ਜਾਂਦਾ ਸਭ ਕੁਝ। ਮਹਾਰਾਜ ਕਹਿੰਦੇ ਇਹ ਤਾਂ ਕੁਝ ਵੀ ਨਹੀਂ ਹੁੰਦਾ। ਇੱਥੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਔਰ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦੀਆ। ਬੇਗਮਪੁਰਾ ਸ਼ਹਿਰ ਕੋ ਨਾਉ, ਉਹ ਜਿੱਥੇ ਜਾ ਕੇ ਵਡਿਆਈਆਂ ਮਿਲਦੀਆਂ ਨੇ। ਸੱਚੀ ਵਡਿਆਈ, ਇੱਕ ਤੇ ਝੂਠੀ ਵਡਿਆਈ ਹੁੰਦੀ ਹੈ। ਖੁਸ਼ੀਆਂ ਦਿੰਦੇ ਨੇ, ਚਾਉ ਪੈਦਾ ਹੁੰਦਾ, ਉਤਸ਼ਾਹ ਪੈਦਾ ਹੁੰਦਾ। ਉਹ ਅਸੀਂ ਦੱਸ ਨਹੀਂ ਸਕਦੇ ਤੈਨੂੰ ਕਿ ਕਿੰਨੀਆਂ ਖੁਸ਼ੀਆਂ ਨਾਮ ਜਪਣ ਨਾਲ ਇਨਸਾਨ ਨੂੰ ਮਿਲਦੀਆਂ ਹਨ। ਤਨ ਮੁਖ ਟਿਕੇ ਨਿਕਲਾ ਹੈ, ਜਿਨ ਮਨ ਸੱਚਾ ਨਾਮ। ਜਿਨ੍ਹਾਂ ਦੇ ਮਨ ਵਿੱਚ ਸੱਚਾ ਨਾਮ ਵਸਿਆ ਹੋਇਆ ਹੈ ਨਾ, ਉਹਨਾਂ ਦੇ ਮਸਤਕ ਦੇ ਉੱਤੇ ਸੱਚੇ ਟਿੱਕੇ ਤੋਂ ਭਾਵ ਨਿਸ਼ਾਨ ਬਣ ਜਾਂਦਾ। ਮਸਤਕ ਤੇ ਉਹਨਾਂ ਦੇ ਮੁਖ ਤੇ ਟਿੱਕੇ ਬਣ ਜਾਂਦੇ ਨੇ, ਭਾਵ ਜਸ ਦਾ ਟਿੱਕਾ, ਵਡਿਆਈ ਦਾ ਟਿੱਕਾ। ਮਸਤਕ ਤੇ ਸੱਚਾ ਨਿਸ਼ਾਨ ਪ੍ਰਗਟ ਹੋ ਜਾਂਦਾ ਉਹਨਾਂ ਦੇ, ਅਤੇ ਸਾਰੇ ਪਾਸੇ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਕਰਮ ਮਿਲੈ ਤਾਂ ਪਾਈਐ, ਨਾਹੀ ਗੱਲੀ ਵਾਉ ਦੁਆ। ਇਹ ਤਾਂ ਕਰਮ ਹੁੰਦੇ ਬਖਸ਼ਿਸ਼ ਹੋਵੇ ਜੇ ਪ੍ਰਮਾਤਮਾ ਦੀ, ਤਾਂ ਇਹ ਦਾਤ ਮਿਲਦੀ ਨਾਮ ਦੀ, ਤੇ ਤਾਂ ਪਾਈਐ, ਤਾਂ ਪ੍ਰਾਪਤ ਹੁੰਦਾ ਜੇ ਕਰਮ ਹੋਵੇ। ਨਾਹੀ ਗੱਲੀ ਵਾਉ ਦੁਆਓ, ਗੱਲਾਂ ਦੇ ਨਾਲ ਨਹੀਂ ਹੁੰਦਾ। ਮੂੰਹ ਦੀ ਹਵਾ ਹੀ ਐਵੇਂ ਕਿਸੇ ਨੇ ਵਾਓ ਦੇਤੀ, ਭਾਵ ਕਹਿਤਾ ਤੇਰਾ ਬੁਰਾ ਹੋਵੇ, ਦੁਆਓ ਹੁੰਦੀ ਤੇਰੀ ਲੰਬੀ ਉਮਰ ਹੋਵੇ। ਕਹਿੰਦੇ ਦੋਨੋਂ ਗੱਲਾਂ ਐਵੇਂ ਮੂੰਹ ਦੀਆਂ ਹੀ ਬਣਾਈਆਂ ਹੋਈਆਂ ਨੇ। ਇਹ ਨਾ ਹੀ ਗੱਲੀ ਵਾਓ ਦੁਆਓ, ਨਾ ਕਿਸੇ ਨਾਲ ਗੱਲਾਂ ਨਾਲ ਇਹ ਲੱਗਦੀ ਆ ਮਾੜੀ ਕੋਈ ਬਦਸੀਸ, ਨਾ ਕੋਈ ਅਸੀਸ। ਇਹ ਤਾਂ ਆਮ ਕੋਈ ਬਜ਼ੁਰਗ ਮਿਲਿਆ ਉਹੀ ਕਹੂਗਾ ਜਿਉਂਦਾ ਰਹਿ ਭਾਈ, ਜਾਂ ਕਿਸੇ ਨੂੰ ਕੋਈ ਤੇਰਾ ਬੁਰਾ ਹੋ ਜੇ। ਕਹਿੰਦੇ ਮਹਾਰਾਜ, ਕਹਿੰਦੇ ਇਹ ਸਾਰੀਆਂ ਗੱਲਾਂ ਹੀ ਨੇ। ਅਸਲ ਵਿੱਚ ਜਿਹੜੀ ਬਖਸ਼ਿਸ਼ ਹੁੰਦੀ ਹੈ ਉਹ ਕਰਮ ਮਿਲੈ ਤੇਰਾ ਨਾਉ। ਮਹਾਰਾਜ ਨੇ ਹੋਰ ਵੀ ਲਿਖਿਆ, ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਲਣਾ ਹੋਰ ਨਹੀਂ ਥਾਉ। ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ
ਕਿ ਗੱਲਾਂ ਦੇ ਨਾਲ ਕਦੇ ਵੀ ਕੁਝ ਨਹੀਂ ਹੁੰਦਾ, ਜੋ ਕੁਝ ਹੁੰਦਾ ਉਹ ਨਾਮ ਦੇ ਨਾਲ ਹੁੰਦਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਨਹਿ ਪਾਦਾ ਔਰ ਧਾਰ ਹੋ ਐਸੇ। ਆਂਦਾ ਜੀ ਇਹ ਗੱਲਾਂ ਮਨ ਦੇ ਅੰਦਰ ਨਾ ਧਾਰੋ, ਪੁੱਠੀਆਂ ਗੱਲਾਂ। ਹੁਣ ਕਵੀ ਜੀ ਇਹ ਸ਼ਬਦ ਦਾ ਆਪ ਵੀ ਅਰਥ ਕਰਦੇ ਹਨ। ਅਗਿਆਨੀ ਨਰ ਮਰ ਹੈ ਜੈਸੇ। ਤੂੰ ਕਹਿਣਾ ਨਾ ਕਿ ਸਾਰਿਆਂ ਦਾ ਮਰਨਾ ਤਾਂ ਇੱਕੋ ਜਿਹਾ ਹੀ ਹੁੰਦਾ, ਭਗਤਾਂ ਦਾ ਵੀ, ਦੂਜਿਆਂ ਤੀਜਿਆਂ ਸਾਰਿਆਂ ਦਾ। ਸੁਣ, ਅਗਿਆਨੀ ਬੰਦੇ ਜਿਵੇਂ ਮਰਦੇ ਹਨ, ਸਹਿ ਸੋਕਨ ਸੋ ਮਰਨਾ ਤਨ ਕੋ। ਸਮੇਤ ਸੋਗ ਦੇ ਮਰਨਾ ਹੁੰਦਾ ਉਹਨਾਂ ਦਾ। ਅਗਿਆਨੀ ਪੁਰਸ਼ ਜਦੋਂ ਮਰਦਾ ਦੁਖੀ ਹੋ ਕੇ, ਬਹੁਤ ਔਖਾ ਹੋ ਕੇ, ਸੋਗ ਦੇ ਵਿੱਚ ਹੋ ਕੇ ਮਰਦਾ ਹੈ। ਜਨਮ ਜੋਨ ਪੁਨ ਪੁਨ ਤਨ ਗਨ ਕੋ। ਉਹਨਾਂ ਨੂੰ ਬਾਰ-ਬਾਰ ਤੈਨੂੰ ਪਤਾ ਕਿ ਜਨਮ ਲੈਣਾ ਪੈਂਦਾ, ਫੇਰ ਜਨਮ, ਫੇਰ ਜਨਮ, ਫੇਰ ਜਨਮ। ਉਹਨਾਂ ਦੇ ਜਨਮ ਗਿਣੇ ਨਹੀਂ ਜਾਂਦੇ। ਕਈ ਤਾਂ ਬਹੁਤ ਦੇਰ ਦੇ ਤੁਰੇ ਹੋਏ ਨੇ, ਬਾਰ-ਬਾਰ ਜਨਮ ਲਈ ਜਾਂਦੇ ਨੇ, ਕਿਉਂਕਿ ਪਰਮਾਤਮਾ ਦੇ ਅੱਗੇ ਤਾਂ ਕਿਸੇ ਦਾ ਜ਼ੋਰ ਹੀ ਨਹੀਂ ਚੱਲਦਾ। ਮਾੜੇ ਜਿਹੇ ਇਸ਼ਾਰੇ 'ਚ ਹੀ ਪੁੱਠਾ ਹੋ ਜਾਂਦਾ ਸਭ ਕੁਝ। ਆ ਜਿਹੜੇ ਅੱਜ ਕੱਲ੍ਹ ਲੋਕ ਪੁੱਠਾ ਸਿੱਧਾ ਬੋਲਦੇ ਨੇ, ਇਹਨਾਂ ਨੂੰ ਇਹ ਪਤਾ ਹੀ ਨਹੀਂ ਵੀ 84 ਦਾ ਗੇੜਾ ਪਾਉਂਦਾ ਕੌਣ ਹੈ। ਐਸੇ ਚੱਕਰ 'ਚ ਪਾਉਂਦੇ ਆ, ਮੁੜ ਬੰਦਾ ਨਾ ਨਿਕਲਿਆ ਉੱਥੋਂ। ਗੰਦਗੀ ਦਾ ਕੀੜਾ ਐਸਾ ਬਣਾਉਂਦੇ ਨੇ, ਗੰਦਗੀ ਦਾ ਕੀੜਾ ਹੀ ਬਣਿਆ ਰਹਿੰਦਾ ਅਰਬਾਂ ਸਾਲਾਂ ਤੱਕ, ਕੱਢਦੇ ਹੀ ਨਹੀਂ ਹੈ ਉਹਦੇ ਵਿੱਚੋਂ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਸਿਆਣਪ ਹੈ ਉਹ ਕਦੇ ਨਾ ਬੋਲਣਗੇ ਅਕਾਲ ਪੁਰਖ ਦੇ ਉਲਟ, ਗੁਰਾਂ ਦੇ ਉਲਟ, ਸੰਗਤ ਨੂੰ ਮਾੜਾ। ਬਹੁਤ ਸਾਵਧਾਨੀ ਨਾਲ ਰਹਿਣਾ। ਤੇ ਜੇ ਕਦੇ ਗਲਤੀ ਹੋ ਵੀ ਜਾਵੇ, ਸੱਤੇ ਬਲਵੰਡੇ ਤੋਂ ਹੋਈ, ਕੀ ਹਾਲ ਹੋਇਆ, ਫਿਰ ਵਾਰ ਉਚਾਰੀ। ਫਿਰ ਗੁਰਾਂ ਨੇ ਕਿਹਾ ਜੇ ਗਲਤੀ ਹੋ ਵੀ ਜਾਂਦੀ ਹੈ ਵਾਰ ਪੜੋ, ਇਹਦਾ ਪਾਠ ਕਰੋ। ਤਾਂ ਹੀ ਆਪਾਂ ਮਾਫੀਆਂ ਹੀ ਮੰਗਦੇ ਰਹਿੰਦੇ ਹਾਂ, ਪਾਠ ਕਰਕੇ, ਸੇਵਾ ਕਰਕੇ, ਕਥਾ ਕਰਕੇ, ਬੈਠਦੇ ਉੱਠਦੇ। ਸੋ ਜਿਵੇਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਪਿੰਡ ਪੈਂਦਾ ਰੋਪੜ ਜ਼ਿਲ੍ਹੇ ਚੈੜੀਆਂ, ਉੱਥੇ ਸਵੇਰੇ ਸਵੇਰੇ ਉੱਠੇ, ਇੱਕ ਬਹੁਤ ਭਜਨੀਕ ਮਾਤਾ ਹੋਈ, ਮਾਤਾ ਦਲੀਪ ਕੌਰ। ਉਹ ਕਹਿੰਦੀ ਜਦ ਮੈਂ ਮਹਾਂਪੁਰਖਾ ਦਰਵਾਜ਼ਾ ਖੋਲ੍ਹਿਆ ਮਿਲਣ ਵਾਸਤੇ, ਆਗਿਆ ਲੈਣੀ ਸੀ, ਸਵੇਰੇ ਜਾਣਾ ਸੀ, ਕਹਿੰਦੇ ਉਦੋਂ ਮਹਾਂਪੁਰਸ਼ ਆਪਣੇ ਕੰਨ ਆਪੇ ਪੱਟੀ ਜਾਣ, ਫੜ ਕੇ ਖਿੱਚੀ ਜਾਣ। ਕਹਿੰਦੀ ਮੈਂ ਹੱਸਣ ਲੱਗ ਗਈ, ਬੱਚਿਆਂ ਵਾਂਗੂ ਪਾਲਿਆ ਸੀ, ਕਹਿੰਦੇ ਉਹਨਾਂ ਨੂੰ, ਵੱਡੇ ਮਹਾਂਪੁਰਖਾਂ ਵੇਲੇ ਦੀ ਸੀ ਮਾਤਾ। ਕਹਿੰਦੇ ਕੀ ਗੱਲ ਮਹਾਂਪੁਰਖੋ ਕੰਨ ਖਿੱਚੀ ਜਾਂਦੇ ਹੋ? ਹੱਸਣ ਲੱਗ ਗਏ। ਕਹਿੰਦੇ ਮਾਈ ਤੂੰ ਦੇਖ ਲਿਆ ਮੈਨੂੰ? ਕਹਿੰਦੇ ਹਾਂ। ਕਹਿੰਦੇ ਮਾਤਾ ਸਵੇਰੇ ਉੱਠ ਕੇ ਕੰਨ ਤਾਂ ਪੜ੍ਹਦੇ ਵੀ ਸੱਚੇ ਪਾਤਸ਼ਾਹ ਜੇ ਸੁਪਨੇ 'ਚ ਵੀ ਕੋਈ ਗਲਤੀ ਹੋ ਗਈ ਉਹ ਤਾਂ ਵੀ ਮਾਫ ਕਰਦੀ। ਸੁਪਨੇ 'ਚ ਨਾ ਗਲਤੀ ਹੋ ਜੇ ਸਿੱਖ ਤੋਂ, ਸੋਚ ਵੀ ਨਾ ਲਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਪਿਆਰੇ ਤਾਂ ਕੱਲ ਵੀ ਦੱਸਿਆ ਸੀ ਖੱਪ ਖੱਪ ਛਿਜਿਆ ਦੇਹ। ਤੇ ਇਸ ਕਰਕੇ ਅੱਗੇ ਚੱਲ ਕੇ ਦੱਸਣਗੇ ਬਹੁਤ ਕੁਝ ਹੋਰ ਵੀ ਮਹਾਰਾਜ ਦੱਸਣਗੇ। ਇਸ ਕਰਕੇ ਹੈ ਕਿ ਜਿਨ੍ਹਾਂ ਨੇ ਭੈ ਧਾਰਨ ਕੀਤਾ, ਮਹਾਰਾਜ ਦਾ ਅਦਬ ਕੀਤਾ, ਲੋਕ ਗੁਰੂ ਗ੍ਰੰਥ ਸਾਹਿਬ ਦੀ, ਮਹਾਰਾਜ ਦੀ, ਗੁਰੂ ਨਾਨਕ ਦੇਵ ਜੀ ਦੀ 10 ਸਰੂਪਾਂ ਦੀ ਉਚਾਈ ਨੂੰ ਨਹੀਂ ਸਮਝਦੇ ਕਿੱਡੀ ਉਚਾਈ ਹੈ ਉਹਨਾਂ ਦੀ, ਤੇ ਗੱਲ ਫੜਾ ਕਿਵੇਂ ਕਰ ਦਿੰਦੇ ਆ ਵੀ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਬਰਾਬਰ ਜੇ ਦੇ ਹੀ ਹੁੰਦੇ ਆ ਜਾਂ ਸਾਡੇ ਤੋਂ ਛੋਟੇ ਹੁੰਦੇ ਨੇ। ਕਦੇ ਗੁਰਾਂ ਦਾ ਕੱਦ ਤਾਂ ਦੇਖੋ ਪਹਿਲਾਂ ਕਿੱਡੇ ਵੱਡੇ ਸੱਚੇ ਪਾਤਸ਼ਾਹ ਨੇ। ਇਸ ਕਰਕੇ ਸਤਿਗੁਰੂ ਇੰਨੇ ਜ਼ਿਆਦਾ ਵੱਡੇ ਨੇ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਇੰਨੀਆਂ ਵੱਡਿਆਂ ਸਤਿਗੁਰਾਂ ਤੇ ਇੱਕਦਮ ਕਿੰਤੂ ਕਰ ਦੇਣਾ, ਇੱਕਦਮ ਗੱਲ ਮੂੰਹ ਚੋਂ ਕੱਢ ਦੇਣੀ, ਡਰਦੇ ਨਹੀਂ ਹੈ ਮਹਾਰਾਜ ਤੋਂ ਵੀ ਸੱਚੇ ਪਾਤਸ਼ਾਹ ਸਾਡਾ ਕੀ ਹਸ਼ਰ ਕਰਨਗੇ। ਮਹਾਰਾਜ ਜਿੰਨੇ ਠੰਡੇ ਨੇ, ਬਹੁਤ ਜ਼ਿਆਦਾ ਠੰਡੇ ਸੁਭਾਅ ਦੇ, ਕੁਝ ਨਹੀਂ ਕਹਿੰਦੇ, ਤੱਤੀ ਤਵੀ ਤੇ ਬੈਠ ਗਏ, ਬਿਲਕੁਲ ਸ਼ਾਂਤ ਸੁਭਾਅ। ਮੀਆਂ ਮੀਰ ਕਹਿਣ ਲੱਗਿਆ ਹੁਕਮ ਕਰੋ ਸਭ ਕੁਝ ਉਡਾ ਦਿਆਂ, ਕਹਿੰਦੇ ਨਹੀਂ ਖੇਡ ਵਰਤਾ ਰਹੇ, ਸ਼ਾਂਤ। 33 ਕਰੋੜ ਦੇਵਤਾ ਕਹਿੰਦੇ ਅਸਮਾਨ 'ਚ ਖੜਾ ਆਗਿਆ ਮੰਗ ਰਿਹਾ, ਸ਼ਹੀਦ ਸਿੰਘ ਆਗਿਆ ਮੰਗ ਰਹੇ ਨੇ, ਮੈਂ ਕੁਝ ਕਹਿਣਾ ਨਹੀਂ, ਸ਼ਾਂਤੀ ਰੱਖਣੀ ਹੈ। ਨਿਮਰਤਾ ਦੀ ਅਵਧੀ, ਸ਼ਾਂਤੀ ਦੀ ਹੱਦ ਗੁਰੂ ਅਰਜਨ ਦੇਵ ਜੀ ਮਹਾਰਾਜ ਚਾਹੁੰਦੇ। 9ਵੇਂ ਪਾਤਸ਼ਾਹ
ਉਡਾ ਸਕਦੇ ਸਭ ਕੁਝ, ਪਰ ਨਹੀਂ, ਕੌਤਕ ਵਰਤਾਇਆ। 10ਵੇਂ ਚਾਹੁੰਦੇ ਇੱਕ ਫੂਕ ਮਾਰ ਕੇ ਸਭ ਗਰਕ ਕਰ ਦਿੰਦੇ, ਪਰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸ਼ਾਂਤੀ ਦੇ ਪੁੰਜ ਨੇ, ਦੇਖੀ ਜਾਂਦੇ ਨੇ, ਕਿਉਂਕਿ ਜਿਨ੍ਹਾਂ ਦਾ ਸੁਭਾਅ ਹੀ ਹੈ ਮਿਹਰਬਾਨ, ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਸਤਿਗੁਰੂ ਮਹਾਰਾਜ ਬਹੁਤ ਸ਼ਾਂਤ ਚਿੱਤ ਨੇ। ਬੜੀਆਂ ਬੜੀਆਂ ਗਲਤੀਆਂ ਹੋ ਰਹੀਆਂ ਨੇ, ਬਹੁਤ ਕੁਝ ਬੋਲਦੇ ਨੇ, ਕੁਝ ਵੀ ਨਹੀਂ ਕਹਿੰਦੇ, ਔਰ ਹੱਦ ਤੋਂ ਵੱਧ ਦੇਖਣਾ ਚਾਹੁੰਦੇ ਨੇ ਕਿ ਦੁਨੀਆ ਜਾਂਦੀ ਕਿੱਥੇ ਕੁ ਤੱਕ ਜਾਂਦੀ ਹੈ ਮਹਾਰਾਜ ਦੇ ਹੱਥ 'ਚ ਹੀ ਸਾਰਾ ਕੁਝ। ਦੁਨੀਆ ਕਿੰਨਾ ਕੁ ਮਾੜਾ ਕਰ ਸਕਦੀ ਹੈ ਮੇਰਾ, ਕਿੱਥੇ ਕੁ ਤੱਕ ਜਾਣਾ ਇਹਨਾਂ ਨੇ, ਜਿਨ੍ਹਾਂ ਲਈ ਅਸੀਂ ਇੰਨਾ ਕੁਝ ਕੀਤਾ, ਇੰਨੀਆਂ ਕੁਰਬਾਨੀਆਂ ਕੀਤੀਆਂ ਨੇ, ਉਹ ਸਾਡੇ ਲਈ ਕੀ ਬੋਲਦੇ ਨੇ ਅੱਜ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿੱਦਾਂ ਸ਼ਾਂਤ ਸਮੁੰਦਰ ਹੈ, ਕਦੇ ਦੇਖਿਆ, ਪਰ ਜੇ ਸੁਨਾਮੀ ਲਹਿਰ ਆਉਂਦੀ ਹੈ, ਮਾੜੀ ਜੀ ਆਈ ਸੀ, ਪੂਰਾ ਸੰਸਾਰ ਹਿਲਾ ਕੇ ਰੱਖ ਦਿੱਤਾ ਸੀ। ਮਹਾਰਾਜ ਜੀ ਨੂੰ ਪਤਾ ਜੇ ਮੈਂ ਮਾੜਾ ਜਿਹਾ ਇਸ਼ਾਰਾ ਵੀ ਕਰ ਦਿੱਤਾ ਨਾ, ਮੈਂ ਇੱਥੇ ਕੱਖ ਵੀ ਨਹੀਂ ਰਹਿਣਾ ਹੈ, ਨਾ ਤਾਰੇ, ਨਾ ਚੰਦਰਮਾ, ਨਾ ਸੂਰਜ, ਆਪਾਂ ਤੇ ਕਿਹੜੇ ਬਾਗ ਦੀ ਮੂਲੀ ਆ। ਇਸ ਕਰਕੇ ਸਤਿਗੁਰੂ ਮੌਕਾ ਦਿੰਦੇ ਨੇ ਬਾਰ-ਬਾਰ, ਸੰਭਲ ਜਾਓ, ਹੁਣ ਵੀ ਸੰਭਲ ਜਾਓ। ਹਜ਼ਾਰਾਂ ਮੌਕੇ ਦੇਣਗੇ, ਹਜ਼ਾਰਾਂ ਮੌਕੇ, ਕਿ ਕੋਈ ਗੁਰਸਿੱਖ ਇਹ ਬੰਦੇ ਨੂੰ ਸਮਝਾ ਦੇਵੇ ਕਿ ਮੈਂ ਕੀ ਹਾਂ, ਕੀ ਕਰ ਸਕਦੇ ਹਾਂ ਅਸੀਂ। ਇਸ ਕਰਕੇ ਜਿਨ੍ਹਾਂ ਨੇ ਗੁਰਾਂ ਨੂੰ ਸਮਝ ਲਿਆ, ਵੱਡੇ ਦੇ ਮੂਹਰੇ ਨਹੀਂ ਬੋਲੀਦਾ ਹੁੰਦਾ, ਚੁੱਪ ਰਹੀਦਾ ਬਸ। ਜੇ ਮੂੰਹ ਚੋਂ ਕੋਈ ਬਚਨ ਨਿਕਲ ਗਿਆ, ਬਹੁਤ ਔਖਾ ਸੰਭਾਲਣਾ। ਮੂਲੇ ਖੱਤਰੀ ਵਾਸਤੇ ਨਿਕਲ ਗਿਆ, ਕਹਿੰਦੇ ਉਹ ਤਾਂ ਘਰੇ ਨਹੀਂ, ਕਹਿੰਦੇ ਜੇ ਨਹੀਂ ਤਾਂ ਫਿਰ ਹੈ ਹੀ ਨਹੀਂ, ਸੱਪ ਲੜ ਗਿਆ ਅੰਦਰ ਹੀ। ਕਹਿੰਦੇ ਮਹਾਰਾਜ ਹੁਣ ਬਖਸ਼ੋ, ਕਹਿੰਦੇ 10ਵੇਂ ਰੂਪ 'ਚ ਬਖਸ਼ਾਂਗੇ ਆ ਕੇ। ਫਿਰ ਕਿੰਨਾ ਚਿਰ ਰੁਲਣਾ ਪਿਆ। ਆਪਾਂ ਤਾਂ ਕੋਸ਼ਿਸ਼ ਕਰਨੀ ਆ ਵੀ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰ। ਅਸੀਂ ਤਾਂ ਕੁਝ ਵੀ ਨਹੀਂ ਬੋਲਣਾ ਤੁਹਾਡੇ ਬਾਰੇ, ਅਸੀਂ ਕਿਉਂ ਬੋਲੀਏ। ਅਸੀਂ ਤਾਂ ਕਹਿੰਦੇ ਐਸੇ ਜਨਮ ਸਾਨੂੰ ਬਖਸ਼ ਲਓ। ਅਸੀਂ ਕਿ 84 ਦੇ ਗੇੜੇ ਥੋੜ੍ਹੀ ਪੈਣਾ, ਬਾਰ-ਬਾਰ ਆਉਣਾ ਇੱਥੇ। ਸੱਚਖੰਡ 'ਚ ਮਹਾਰਾਜ ਸਾਨੂੰ ਥੋੜ੍ਹੀ ਜਿਹੀ ਥਾਂ ਦੇ ਦਿਓ ਜਿੱਥੇ ਬਹਿ ਕੇ ਅਸੀਂ ਭਗਤੀ ਕਰੀ ਜਾਈਏ, ਕੀਰਤਨ ਸੁਣੀਏ, ਆਨੰਦ ਮਾਣੀਏ। ਸੋ ਇਸ ਕਰਕੇ ਜਿਨ੍ਹਾਂ ਨੇ ਤਾਂ ਗੁਰਾਂ ਤੋਂ ਇਹ ਬਖਸ਼ਿਸ਼ ਲੈਣੀ ਆ, ਸੱਚਖੰਡ ਦੇ ਵਿੱਚ ਸਾਨੂੰ ਵਾਸਾ ਮਿਲੇ, ਉਹ ਤਾਂ ਭੈ ਸੰਯੁਕਤ ਹੋ ਕੇ ਗੁਰਾਂ ਦੀ ਕੀਰਤਨ ਨੂੰ ਕੁਝ ਨਹੀਂ ਕਹਿੰਦੇ। ਨਾਲੇ ਵੱਡਿਆਂ ਦੀ ਗੱਲ 'ਚ ਨਹੀਂ ਆਈਦਾ ਹੁੰਦਾ, ਅਸੀਂ ਕਿਤੇ ਵੱਡੇ ਆ, ਐਵੇਂ ਨਿੱਕੇ ਨਿੱਕੇ ਸਾਡੇ ਦਿਮਾਗ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਦੀ ਕਿਰਤ ਨੂੰ ਇਹ ਜਿਹੜੇ ਲੋਕ ਇੱਥੇ ਸਮਝਦੇ ਵੀ ਖੁੱਲ੍ਹ ਹੈ ਬੜੀ, ਜੋ ਮਰਜ਼ੀ ਬੋਲ ਸਕਦਾ, ਟਾਕ ਸ਼ੋ ਫਾਕ ਸ਼ੋ ਜਿਹੜੇ ਹੁੰਦੇ ਨੇ, ਮਹਾਰਾਜ ਤੋਂ ਡਰ ਕੇ ਰਿਹਾ ਕਰੋ। ਟਾਕ ਸ਼ੋ ਕਰਦੇ ਕਰਦੇ ਕਿਤੇ ਹੋਰ ਹੀ ਨਾ ਕੰਮ ਹੋ ਜਾਏ ਆਪਣਾ। ਇਸ ਕਰਕੇ ਬਹੁਤ ਧਿਆਨ ਰੱਖਣਾ ਪੈਂਦਾ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕਿ ਮੇਰਾ ਤਾਂ ਕਹਿੰਦੇ ਸਰੀਰ ਹੀ ਛਿੱਜ ਰਿਹਾ ਡਰਦਿਆਂ ਪ੍ਰਮਾਤਮਾ ਤੋਂ, ਇੰਨਾ ਡਰ ਲੱਗਦਾ ਉਹਦੇ ਤੋਂ। ਉਹ ਹੈ ਨਿਰੰਕਾਰ, ਬਹੁਤ ਸ਼ਾਂਤ ਰੂਪ। ਤੇ ਜੇ ਕਿਤੇ ਮਾੜਾ ਜਿਹਾ ਵੀ ਐਂ ਵੀ ਸਿਰ ਹਿਲਾਤਾ ਨਾ, ਮਾੜਾ ਜਿਹਾ ਕਿਤੇ ਅੱਖ ਦਾ ਇਸ਼ਾਰਾ ਹੋ ਗਿਆ। ਗੁਰੂ ਨਾਨਕ ਸਾਹਿਬ ਨੇ ਦਿਖਾਇਆ ਸੀ ਨਾ, ਬਗਦਾਦ ਦੇ ਪੀਰ ਦਸਤਗੀਰ ਦੇ ਲੜਕੇ ਨੂੰ ਭਾਈ ਗੁਰਦਾਸ ਲਿਖਦੇ, ਅੱਖ ਫੁਰਕ ਵਿੱਚ ਸਭ ਦਿਖਲਾਈ। ਅੱਖ ਦੇ ਇਸ਼ਾਰੇ 'ਚ ਹੀ ਕਰੋੜਾਂ ਬ੍ਰਹਿਮੰਡ ਦਿਖਾਤੇ ਸੀ। ਤੇ ਜੇ ਅੱਖ ਦੇ ਇਸ਼ਾਰੇ 'ਚ ਕਰੋੜਾਂ ਬ੍ਰਹਿਮੰਡ ਰਚ ਸਕਦੇ ਨੇ, ਦਿਖਾ ਸਕਦੇ ਨੇ, ਫਿਰ ਅੱਖ ਦਾ ਇੱਕ ਇਸ਼ਾਰਾ ਹੋ ਗਿਆ, ਲੱਭਣਾ ਹੀ ਨਹੀਂ ਕਿੱਧਰ ਗਏ ਆਪਾਂ। ਡਰੋ ਪ੍ਰਮਾਤਮਾ ਤੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ, 10 ਸਰੂਪਾਂ ਤੋਂ। ਆਪਣੀ ਬੁੱਧੀ ਦੀ ਜ਼ਿਆਦਾ ਵਰਤੋਂ ਨਹੀਂ ਕਰੀਦੀ ਹੁੰਦੀ। ਸਿਰਫ ਆਤਮਿਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਜਾਣਨਾ ਹੈ। ਆਪਣੀ ਬੁੱਧੀ ਨੂੰ ਤਾਂ ਪਰੇ ਰੱਖ ਕੇ ਆਓ, ਜਿਵੇਂ ਜੋੜਾ ਲਾ ਕੇ ਆਈਦਾ ਬਾਹਰ। ਹੰਕਾਰ ਨਿਰਾ ਬੁੱਧੀ 'ਚ ਭਰਿਆ ਹੁੰਦਾ। ਇਸ ਕਰਕੇ ਬੁੱਧੀ ਦਾ ਤਿਆਗ ਕਰਕੇ ਗੁਰੂ ਕੇ ਸਿੱਖ ਬਣ ਕੇ ਗੁਰੂ ਦੀ ਆਗਿਆ ਅਨੁਸਾਰ ਚੱਲੀਏ। ਨਿਤ ਚਿਤ ਹਰਖਤ ਸੰਤ ਸੁਖੈਨਾ। ਤੈਨੂੰ ਪਤਾ ਕਹਿੰਦੇ ਆਂਦੇ ਇਹ ਜਿਹੜਾ ਨਾ ਦੁਨੀਆ ਦੇ ਲੋਕ ਨੇ ਬੜੇ ਔਖੇ ਹੋ ਮਰਦੇ ਨੇ, ਜਨਮ ਜੋਨ ਪੁਨ ਪੁਨ ਤਿੰਨ ਗਨ ਕੋ ਕੋਈ ਗਿਣ ਨਹੀਂ ਸਕਦਾ। ਨਿਤ ਚਿਤ ਹਰਖਤ ਸੰਤ ਸੁਖੈਨਾ। ਤੈਨੂੰ ਪਤਾ ਸੰਤ ਮਹਾਤਮਾ ਰੋਟੀ ਭਾਵੇਂ 10 ਦਿਨ ਨਾ ਮਿਲੇ, ਕੱਪੜਾ ਨਾ ਮਿਲੇ, ਐਨ ਖੁਸ਼ ਬੈਠੇ ਹੁੰਦੇ ਨੇ, ਸੌਖੇ। ਮਨਮੁਖ ਦੇ ਕੋਲ ਭਾਵੇਂ ਲੱਖਾਂ ਰੋਟੀਆਂ, ਲੱਖੇ ਕੱਪੜੇ ਪਏ ਨੇ, ਚੰਗੇ ਬੈੱਡ ਦੇ ਉੱਤੇ ਪਿਆ ਵੀ ਤੜਫੀ ਜਾਂਦਾ,
ਉਹ ਤਾਂ ਜਿਉਂਦਾ ਵੀ ਤੜਫਦਾ, ਉਹ ਤਾਂ ਮਰਿਆ ਵੀ ਤੜਫਦਾ, ਉਹ ਤਾਂ ਪਰਲੋਕ ਵਿੱਚ ਵੀ ਤੜਫਦਾ ਜਾ ਕੇ। ਰੱਬ ਦੇ ਪਿਆਰੇ ਇੱਥੇ ਵੀ ਸ਼ਾਂਤ ਚਿੱਤ ਬੈਠੇ ਨੇ ਭਾਣੇ ਦੇ ਵਿੱਚ। ਉਹਨਾਂ ਨੂੰ ਇਹ ਨਹੀਂ ਮਤਲਬ ਹੁੰਦਾ ਕਿ ਸਾਨੂੰ ਰੱਬ ਨੇ ਕੀ ਦਿੱਤਾ, ਦੁਨਿਆਵੀ ਪਦਾਰਥਾਂ ਨੂੰ ਨਹੀਂ ਗਿਣਦੇ। ਉਹ ਤਾਂ ਕਹਿੰਦੇ ਜੋ ਮੈਨੂੰ ਦਿੱਤਾ ਨਾ ਉਹ ਮਹਾਰਾਜ ਨੇ ਕਿਸੇ ਨੂੰ ਨਹੀਂ ਦਿੱਤਾ। ਤੁਹਾਨੂੰ ਕੀ ਦਿੱਤਾ? ਕਹਿੰਦੇ ਮੈਨੂੰ ਨਾਮਦਾਨ ਦਿੱਤਾ, ਮੈਨੂੰ ਸਿੱਖੀ ਦਿੱਤੀ ਹੈ, ਮੈਨੂੰ ਭਰੋਸਾ ਦਿੱਤਾ, ਮੈਨੂੰ ਆਪਣਾ ਪਿਆਰ ਬਖਸ਼ਿਆ, ਮੈਨੂੰ ਆਪਣਾ ਪੁੱਤ ਬਣਾਇਆ, ਔਰ ਮੈਨੂੰ ਆਪਣਾ ਲਾਲ ਕਹਿੰਦੇ ਨੇ, ਮੈਨੂੰ ਆਪਣਾ ਪਿਆਰਾ ਕਹਿੰਦੇ ਨੇ। ਕਹਿੰਦੇ ਬਸ ਮੈਨੂੰ ਇਹੀ ਖੁਸ਼ੀ ਹੈ ਸੱਚੇ ਪਾਤਸ਼ਾਹ, ਬਸ ਇੱਕ ਉੱਤੇ ਮਾੜਾ ਜਾਂ ਤਨ ਢੱਕਣ ਨੂੰ ਕੱਪੜਾ, 24 ਘੰਟੇ ਬਾਅਦ ਭਾਵੇਂ ਅੱਧੀ ਰੋਟੀ ਮਿਲੇ, ਉਹ ਤਾਂ ਵੀ ਖੁਸ਼ ਰਹਿੰਦੇ ਨੇ। ਤੇ ਮਨਮੁਖ ਬੰਦਾ ਹਮੇਸ਼ਾ ਤੜਫਦਾ ਹੀ ਰਹਿੰਦਾ, ਲੱਖਾਂ ਪਦਾਰਥ ਖਾ ਕੇ ਵੀ ਉਹ ਖੁਸ਼ ਨਹੀਂ ਹੁੰਦਾ। ਜਮਦੂਤਨ ਤੇ ਤਨ ਮਨ ਭੈ ਨਾ। ਰੱਬ ਦੇ ਪਿਆਰਿਆਂ ਨੂੰ ਜਮਦੂਤਾਂ ਦਾ ਭੈ ਹੀ ਨਹੀਂ ਹੁੰਦਾ। ਕਹਿੰਦੇ ਜਮਦੂਤ ਹੁੰਦੇ ਕਿ ਨਹੀਂ ਹੁੰਦੇ, ਬਾਣੀ 'ਚ ਐਵੇਂ ਲਿਖਤਾ ਮਹਾਰਾਜ ਨੇ, ਹਨਾ, ਨਾਲੇ ਇਤਿਹਾਸ ਵਿੱਚ ਵੀ ਉਹੀ ਆਈ ਜਾਂਦਾ ਹੋਣਾ। ਜਮਦੂਤ ਹੁੰਦੇ ਨੇ, ਕਾਲੇ ਰੰਗ ਦੇ, 10-10 ਫੁੱਟ ਲੰਬੇ ਕੱਦ, ਏਡੇ ਏਡੇ ਡੌਲੇ ਹੁੰਦੇ ਨੇ ਉਹਨਾਂ ਦੇ, ਮਾਰਦੇ ਨੇ ਬੰਦੇ ਨੂੰ ਐਸੇ ਪਟਕਾ ਕੇ। ਕਬੀਰ ਜਮ ਕਾ ਠੇਂਗਾ ਬੁਰਾ ਉਹ ਨਹੀਂ ਸਹਿਆ ਜਾਏ, ਬੜਾ ਭੈੜਾ ਠੇਂਗਾ ਹੁੰਦਾ ਉਹਨਾਂ ਦਾ, ਆ ਕੇ ਜਦ ਮਾਰਦੇ ਨੇ। ਪਰ ਜੇ ਕਿਤੇ ਉਹ ਰੱਬ ਦੇ ਪਿਆਰਿਆਂ ਨੂੰ ਦੇਖ ਲੈਣ, ਇੱਕਦਮ ਸਾਦੇ ਬੰਦੇ ਦਾ ਰੂਪ ਜਿਹਾ ਬਣਾ ਕੇ, ਸਿੰਘ ਸੁੰਘ ਕਿਧਰੇ ਜਾਂਦੇ ਸਿਰ ਵਾਲੇ, ਬਹੁਤ ਨਿਮਰਤਾ ਨਾਲ ਆ ਗਏ। ਆ ਕੇ ਰੱਬ ਦੇ ਪਿਆਰੇ ਦੱਸਦੇ ਸੀ, ਕਹਿੰਦੇ 8-10 ਜਮਦੂਤ ਜੇ ਆ ਕੇ ਦੂਰੋਂ ਹੀ ਰੂਪ ਬਦਲ ਲਿਆ, ਨੇੜੇ ਆ ਕੇ ਝੁਕ ਕੇ ਮੱਥਾ ਟੇਕਣ ਲੱਗ ਗਏ। ਕਹਿੰਦੇ ਆਓ ਭਾਈ, ਕਹਿੰਦੇ ਜੀ ਬਸ ਦਰਸ਼ਨ ਕਰਨ ਆਏ ਸੀ ਤੁਹਾਡੇ, ਮਹਾਂਪੁਰਖੋ ਸਾਡਾ ਹੀ ਭਲਾ ਹੋ ਜਾਏਗਾ। ਸੋ ਇਸ ਕਰਕੇ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਲਿਖਿਆ ਹੋਇਆ ਸਾਰਾ ਕੁਝ, ਜਮ ਕਾਲ ਮਿਲੈ ਦੇ ਭੇਟ, ਸੇਵਕ ਨਿਤ ਹੋਈ। ਧਰਮ ਰਾਜਾ ਵੀ ਮਿੱਤਰ ਬਣ ਜਾਂਦਾ ਉਹਨਾਂ ਦਾ, ਜਮਦੂਤ ਵੀ ਉਹਨਾਂ ਨੂੰ ਮੱਥਾ ਟੇਕਦੇ, ਰੱਬ ਦੇ ਪਿਆਰਿਆਂ ਨੂੰ। ਕਹਿੰਦੇ ਜੀ ਤੁਹਾਡਾ ਤਾਂ ਅਸੀਂ ਸਤਿਕਾਰ ਕਰਦੇ ਹਾਂ, ਧਰਮਰਾਜ ਜੀ ਵੀ ਬਹੁਤ ਸਤਿਕਾਰ ਕਰਦੇ ਉਹਨਾਂ ਦਾ। ਤੇ ਲੋਕ ਸਮਝਦੇ ਗੱਲਾਂ ਹੀ ਨੇ, ਇਸ ਕਰਕੇ ਧਰਮ ਰਾਏ ਹੈ ਦੇਵਤਾ ਲੈ, ਗੱਲਾਂ ਕਰੇ ਦਲਾਲੀ, ਲਿਖ ਨਾਵੈ ਧਰਮ ਬਹਾਲਿਆ। ਜੋ ਗੁਰੂ ਗ੍ਰੰਥ ਸਾਹਿਬ 'ਚ ਆ ਗਿਆ ਉਹ ਸੱਚ ਹੀ ਸੱਚ ਹੈ। ਇਹ ਜਿਹੜੇ ਲੋਕ ਨੇ ਐਵੇਂ ਨਾਸਤਕ ਪੁਣੇ ਜਿਹੇ 'ਚ ਫੈਲਾਇਆ ਹੋਇਆ, ਜਿਨ੍ਹਾਂ ਨੇ ਕੰਮ ਖਰਾਬ ਕੀਤਾ ਸਾਰਾ, ਦੂਜਿਆਂ ਨੂੰ ਵੀ ਨਾਲ ਖਰਾਬ ਕਰੀ ਜਾਂਦੇ ਨੇ, ਸ਼ਰਧਾ ਖਰਾਬ ਕਰੀ ਜਾਂਦੇ ਨੇ। ਇਸ ਕਰਕੇ ਆਪਾਂ ਨੇ ਕਿਸੇ ਬੰਦੇ ਦੇ ਮਗਰ ਨਹੀਂ ਲੱਗਣਾ, ਨਾ ਕਿਸੇ ਦੇ ਆਖੇ ਲੱਗਣਾ। ਜੇ ਸਿੱਖ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗੇ ਬਸ। ਜਿਹੜੀ ਪੰਕਤੀ ਗੁਰੂ ਗ੍ਰੰਥ ਸਾਹਿਬ ਲਿਖੀ ਤਾਂ ਉਹ ਮੰਨਣੀ ਆ। ਅਸੀਂ ਕਿਤੇ ਬੰਦੇ ਦੀਆਂ ਗੱਲਾਂ ਥੋੜੀ, ਅਸੀਂ ਬੰਦੇ ਦੇ ਸਿੱਖ ਹਾਂ, ਕਿਤੇ ਅਸੀਂ ਅਖਬਾਰ ਦੇ ਥੋੜੀ ਸਿੱਖ ਹਾਂ, ਅਸੀਂ ਕਿਸੇ ਰੇਡੀਓ ਦੇ ਸਿੱਖ ਹਾਂ ਵੀ ਜਿੱਥੇ ਕੋਈ ਪੁੱਠੀਆਂ ਗੱਲਾਂ ਸੁਣਾਵੇ ਸਾਨੂੰ। ਜੇ ਗੁਰੂ ਦਾ ਸਿੱਖ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ, ਉਹ ਮਰਿਆਦਾ ਮੰਨੂਗਾ ਗੁਰੂ ਗ੍ਰੰਥ ਸਾਹਿਬ ਦੀ ਰਹਿਤਨਾਮੇ, ਜੋ ਗੁਰਬਾਣੀ ਅੰਦਰ ਲਿਖਿਆ ਹੋਇਆ, ਜੋ ਗੁਰਾਂ ਨੇ ਸਾਨੂੰ ਉਪਦੇਸ਼ ਕੀਤੇ ਹੋਏ ਨੇ, ਅਸੀਂ ਤਾਂ ਉਹਨਾਂ ਨੂੰ ਮੰਨਣਾ ਹੈ। ਕਿਸੇ ਬੰਦੇ ਦੀ ਕਹੀ ਹੋਈ ਆਪਣੀ ਬੁੱਧੀ ਦੁਆਰਾ ਕਾਢ ਕੱਢੀ ਹੋਈ ਜਿਹੜੀ ਹੈ ਉਹਦਾ ਤਿਆਗ ਕਰਨਾ। ਅਸੀਂ ਨਹੀਂ ਮੰਨਣਾ ਕਿਸੇ ਦੀ ਕਿਸੇ ਗੱਲ ਨੂੰ। ਸਤਿਗੁਰਾਂ ਨੇ ਜੋ ਬਚਨ ਕਹੇ ਨੇ ਉਹੀ ਚੀਜ਼ ਮੰਨ ਕੇ ਕਮਾ ਕੇ, ਕੁਝ ਚੀਜ਼ਾਂ ਸੀਨੇ ਬਸੀਨੇ ਪਿੱਛੋਂ ਹੀ ਚਲੀਆਂ ਆਉਂਦੀਆਂ ਹੁੰਦੀਆਂ ਨੇ, ਉਹਨਾਂ ਨੂੰ ਮੰਨਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ। ਸਤਿਗੁਰੂ ਕਿਰਪਾ ਕਰਦੇ ਨੇ ਗੁਰਸਿੱਖ ਉੱਤੇ। ਸਾਧ ਖੁਸ਼ੀਆਂ ਚਿਤ ਚਾਉ ਕਨੇਰਾ। ਰੱਬ ਦੇ ਪਿਆਰਿਆਂ ਦੇ ਚਿੱਤ ਵਿੱਚ ਬਹੁਤੀਆਂ ਖੁਸ਼ੀਆਂ, ਚਾਉ ਬਣਿਆ ਰਹਿੰਦਾ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਇਸ ਕਰਕੇ ਉਹ ਹੀ ਖੁਸ਼ ਰਹਿੰਦੇ ਹਰ ਟਾਈਮ। ਜਾਂ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਕੋਲ ਗਏ ਨੇ, ਸੱਜਣ ਆਪਣੇ ਮਿੱਤਰਾਂ ਨੂੰ ਇਕੱਠੇ ਕੀਤੀ, ਰਾਤ ਨੂੰ ਮੀਟਿੰਗ ਕੀਤੀ, ਕਹਿ ਰਹੇ ਲੱਗਦਾ ਤਾਂ ਕੋਈ ਰਾਜਕੁਮਾਰ ਹੈ, ਚਿਹਰਾ ਦੇਖੋ ਕਿਵੇਂ ਦਗ ਦਗ ਕਰਦਾ, ਖੁਸ਼ੀ ਖੁਸ਼ ਹੈ, ਆਮ ਬੰਦਿਆਂ ਵਰਗੇ ਨਹੀਂ ਹੈਗੇ, ਇਹ ਰੂਪ ਬਦਲਿਆ ਹੋਇਆ, ਇਹਨਾਂ ਕੋਲ ਜ਼ਰੂਰ ਹੀਰੇ ਮੋਤੀ ਹੋਣਗੇ, ਪਾਓ ਦੁੱਧ 'ਚ ਜ਼ਹਿਰ। ਇਹਨਾਂ ਨੂੰ ਪਹਿਲਾਂ ਰੋਟੀ 'ਚ ਜ਼ਹਿਰ ਪਾਈ, ਲੈ ਕੇ ਆਂਦੀ। ਮਹਾਰਾਜ ਕਹਿੰਦੇ ਨਹੀਂ ਸਾਨੂੰ ਭੁੱਖ ਨਹੀਂ ਹੈ। ਉਸ ਵਕਤ ਫਿਰ ਲੈ ਗਏ ਉਠਾ ਕੇ, ਫਿਰ ਕਹਿੰਦੇ ਚਲੋ ਦੁੱਧ ਤਾਂ ਛਕ ਲਓ ਜੀ, ਥੱਕੇ ਹੋਣੇ ਆ, ਉਹ 'ਤੇ ਵੀ ਜ਼ਹਿਰ ਪਾ ਲਿਆ ਏ। ਉਸ ਵਕਤ ਮਹਾਰਾਜ ਕਹਿੰਦੇ ਨਾ ਅਸੀਂ ਦੁੱਧ ਨਹੀਂ ਪੀਣਾ, ਅਸੀਂ ਤਾਂ ਰੱਬ ਦੇ ਗਾਇਨ ਕਰਦੇ ਹਾਂ। ਰਾਤ ਨੂੰ ਸਤਿਗੁਰਾਂ ਨੇ ਅੱਧੀ ਕੁ ਰਾਤ ਤੋਂ ਬਾਅਦ 2 ਵਜੇ ਆਪਣਾ ਕੀਰਤਨ ਆਰੰਭ ਕਰ ਦਿੱਤਾ। ਜਦ ਪਹਿਲਾ ਹੀ ਸ਼ਬਦ ਪੜ੍ਹਿਆ ਸੋ ਉਸ ਵਕਤ ਮਹਾਰਾਜ ਨੇ ਇਤਨੇ ਵਿਰਾਗ ਪਿਆਰ ਦੇ ਨਾਲ ਸ਼ਬਦ ਪੜ੍ਹਿਆ। ਉਸੇ ਵਕਤ ਸੱਜਣ ਦਾ ਮਨ
ਸ਼ੁੱਧ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਕੀਰਤਨ ਗੁਰੂ ਨਾਨਕ ਸਾਹਿਬ ਕਰਦੇ ਨੇ। ਕੀਰਤਨ ਦੇ ਨਾਲ, ਸ਼ਬਦ ਦੇ ਨਾਲ ਸੱਜਣ ਦਾ ਮਨ ਬਦਲ ਦਿੱਤਾ। ਬਾਅਦ ਵਿੱਚ ਸੱਜਣ ਨੇ ਦੱਸਿਆ, ਮਹਾਰਾਜ ਅਸੀਂ ਤਾਂ ਸੋਚਦੇ ਸੀ ਤੁਸੀਂ ਕੋਈ ਰਾਜਕੁਮਾਰ ਹੋ, ਤੁਹਾਡੇ ਕੋਲ ਬੜੀ ਮਾਇਆ ਹੋਵੇਗੀ, ਹੀਰੇ ਮੋਤੀ ਹੋਣਗੇ, ਤੁਹਾਡਾ ਚਿਹਰਾ ਤਾਂ ਲਾਲ ਸੁਰਖ ਪਿਆ, ਤਾਂ ਤੁਹਾਡੇ ਤੇ ਕੋਲ ਇੰਨੀਆਂ ਚੀਜ਼ਾਂ ਹੋਣਗੀਆਂ, ਪਰ ਸੱਚੇ ਪਾਤਸ਼ਾਹ ਸਾਨੂੰ ਕੀ ਪਤਾ ਸੀ ਤੁਹਾਡੇ ਕੋਲ ਤਾਂ ਨਾਮ ਰੂਪ ਹੀਰਾ। ਇਸ ਕਰਕੇ ਰੱਬ ਦੇ ਪਿਆਰਿਆਂ ਨੂੰ ਤਾਂ ਸਦਾ ਚਾਓ, ਸਦਾ ਖੁਸ਼ੀਆਂ, ਸਦਾ ਉਤਸ਼ਾਹ ਬਣਿਆ ਰਹਿੰਦਾ, ਕਿਉਂਕਿ ਉਹ ਨਾਮ ਨਾਲ ਜੁੜੇ ਨੇ। ਜਿਹੜਾ ਬੰਦਾ ਪੈਸੇ ਨਾਲ ਜੁੜਿਆ, ਅੱਜ ਜੇ ਉਸ ਬੰਦੇ ਨੂੰ 500 ਦੀ ਜਗ੍ਹਾ 600 ਮਿਲ ਗਿਆ, ਉਹ ਬੰਦਾ ਖੁਸ਼ ਹੈ, ਨਾਚ ਕਰਦਾ ਫਿਰਦਾ, ਗੁਣ ਗਣਾਉਂਦਾ ਫਿਰਦਾ। ਕੱਲ ਨੂੰ ਉਹਨੂੰ 600 ਜਗ੍ਹਾ 400 ਹੀ ਮਿਲਿਆ, ਨਾਰਮਲ ਜਿਹਾ ਹੋ ਗਿਆ। ਅੱਜ ਨਹੀਂ ਗੁਣ ਗਣਾਉਂਦਾ ਕੀ ਗੱਲ, ਪਰਸੋਂ ਨੂੰ 200 ਹੀ ਮਿਲਿਆ, ਇੱਕ ਦਿਨ ਕੁਝ ਵੀ ਨਹੀਂ ਬਣਿਆ, ਉਹ ਦਿਨ ਬਿਲਕੁਲ ਹੀ ਸਿਰ ਸਿੱਟ ਕੇ ਫਿਰਦਾ। ਜਿਹੜਾ ਮਾਇਆ ਨਾਲ ਜੁੜਿਆ ਹੋਇਆ ਵਿਅਕਤੀ ਹੈ, ਉਹਦਾ ਥਰਮਾਮੀਟਰ ਮਾਇਆ ਨਾਲ ਹੀ ਜੁੜਿਆ ਹੋਇਆ। ਜੇ ਵੱਧ ਆ ਗਈ ਤਾਂ ਖੁਸ਼ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤਾ ਹੈ, ਦੇਖਾ ਦੇਖਾ ਸੁਨਾ ਬੋਲੇ, ਦੌਰਿਓ ਫਿਰਤਾ ਹੈ, ਜਬ ਕਛ ਪਾਵਤ ਤਬ ਗਰਵ ਕਰਤਾ ਹੈ, ਮਾਇਆ ਗਈ ਤਬ ਰੋਵਨ ਲੱਗਦਾ ਹੈ, ਰੋਣ ਲੱਗ ਜਾਂਦਾ ਹੈ। ਰੱਬ ਦੇ ਪਿਆਰੇ ਤਾਂ ਰੰਗ ਹੱਸਾ ਰੰਗ ਰੋਵ ਹੈ, ਚੁੱਪ ਪੀ ਕਰ ਜਾਏ। ਤੇ ਦੁਨੀਆ ਪੈਸਾ ਆ ਗਿਆ ਤਾਂ ਨੱਚਣ ਲੱਗੀ, ਪੈਸਾ ਚਲਿਆ ਗਿਆ ਤਾਂ ਰੋਣ ਲੱਗੀ। ਪਦਾਰਥਾਂ ਨਾਲ ਜੁੜੇ ਹੋਏ ਨੇ ਸੰਸਾਰ ਦੇ ਲੋਕ। ਪਦਾਰਥਵਾਦੀ ਹੋਣ ਕਰਕੇ ਸਾਡਾ ਮਨ ਲੜਕਾ ਹੋ ਗਿਆ, ਬਾਹਰ ਭੰਗੜੇ ਪਾ, ਡਰਾਮੇ ਕਰ, ਕਈ ਲੱਡੂ ਵੰਡਾਓ ਕਰ, ਲੜਕੀ ਹੋ ਗਈ, ਦੂੰ ਡਿੱਗੇ ਫਿਰ ਸਿਰ ਜਿਹਾ ਸਿੱਟ ਕੇ ਫਿਰਦੇ ਨੇ। ਇਸ ਕਰਕੇ ਕੁਦਰਤ ਦੀ ਦੇਣ ਨੂੰ ਨਹੀਂ ਸਮਝਦੇ ਹੈ। ਕਿਉਂ ਮਹਾਰਾਜ ਕਹਿੰਦੇ ਜਿਹੜਾ ਦੁਨਿਆਵੀ ਬੰਦਾ, ਦੁਨਿਆਵੀ ਪਦਾਰਥ ਦੇ ਅਪ ਡਾਊਨ ਹੋਣ ਨਾਲ ਉਹਦਾ ਮਨ ਅਪ ਡਾਊਨ ਹੁੰਦਾ ਹੈ, ਪਰ ਅਕਾਲ ਪੁਰਖ ਦਾ ਨਾਮ ਅਪ ਡਾਊਨ ਨਹੀਂ ਨਾ ਹੁੰਦਾ। ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਵਾਹਿਗੁਰੂ ਦਾ ਨਾਮ ਬਿਲਕੁਲ ਇੱਕ ਰਸ ਹੈ। ਇੱਕ ਰਸ ਹੋਣ ਕਰਕੇ ਜਿਹੜਾ ਬੰਦਾ ਨਾਮ ਨਾਲ ਜੁੜਦਾ, ਉਹਦੀ ਬਿਰਤੀ ਵੀ ਇੱਕ ਰਸ ਹੀ ਹੋ ਜਾਂਦੀ ਹੈ। ਪਦਾਰਥ ਆਵੇ, ਪਦਾਰਥ ਜਾਵੇ, ਉਹਨੂੰ ਕੋਈ ਮਤਲਬ ਨਹੀਂ ਹੁੰਦਾ। ਬਾਬਾ ਗੁਰਬਖਸ਼ ਸਿੰਘ ਰਾਮਕੁਆਰ ਦਾ ਰਮਦਾਸ ਨਗਰ ਵਿਖੇ ਡੇਰਾ ਲੁੱਟ ਕੇ ਲੈ ਗਏ ਤੁਰਕ। ਕਹਿੰਦੇ ਬਾਬਾ ਜੀ ਤੁਹਾਡਾ ਡੇਰਾ ਲੁੱਟਿਆ ਗਿਆ। ਬਾਬਾ ਜੀ ਨੇ ਅੱਖਾਂ ਖੋਲੀਆਂ, ਖੱਬਾ ਸੱਜਾ ਨਹੀਂ ਦੇਖਿਆ। ਇੱਕ ਲੱਕੜ ਦੇ ਉੱਤੇ ਇੱਕ ਬਣਿਆ ਹੁੰਦਾ ਥਾਂ ਜਿਹਾ ਬਾਜ ਦੇ ਬਹਿਣ ਨੂੰ। ਕਹਿੰਦੇ ਹਾਂ ਬਾਜਾਂ ਦਾ ਅੱਡਾ ਨਹੀਂ ਹੈ, ਇੱਕੋ ਹੀ ਚੀਜ਼ ਦੇਖੀ ਹੈ। ਕਿਉਂ ਪਦਾਰਥਵਾਦੀ ਨਹੀਂ ਸੀ, ਪਦਾਰਥ ਨਾਲ ਜੁੜੇ ਨਹੀਂ ਸੀ ਹੋਏ। ਸੋ ਇਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਤਿਆਗ ਕੀਤਾ ਮਹਾਰਾਜ ਨੇ। ਜਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅੱਗੇ ਗਏ ਤਾਂ ਪਹਿਲਾਂ ਤਾਂ ਇਹ ਸਾਖੀ ਰਾਏਕੋਟ ਦੀ ਦੱਸਦੇ ਹੁੰਦੇ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਗਏ ਸੀ। ਪਰ ਗੁਰਮੁਖਾਂ ਨੇ ਦੱਸਿਆ ਇਹ ਸਾਖੀ ਜਾ ਕਰਕੇ ਸੁਦੀਨੇ ਕਾਂਗੜ ਵੱਲ ਹੋਈ ਕਿਤੇ। ਤੋ ਜਦੋਂ ਰਾਏ ਕੱਲਾ ਉਸ ਵਕਤ ਨੂਰਾ ਮਾਹੀ ਆਇਆ ਸੀ ਪਤਾ ਲੈ ਕੇ, ਕਾਫੀ ਅਫਸੋਸ ਜਿਹਾ ਮਨਾਇਆ ਸਾਰਿਆਂ ਨੇ ਵੀ ਸਾਹਿਬਜ਼ਾਦੇ ਸ਼ਹੀਦ ਹੋ ਗਏ। ਕਾਫੀ ਅਫਸੋਸ ਹੋਣ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ 4 ਲਕੀਰਾਂ ਖਿੱਚੋ ਧਰਤੀ ਤੇ। ਜਦ 4 ਲਕੀਰਾਂ ਖਿੱਚੀਆਂ ਤੇ ਕਹਿੰਦੇ ਮੇਟ ਦਿਓ ਇਹਨਾਂ ਨੂੰ ਹੱਥ ਨਾਲ। ਮੇਟ ਦਿੱਤੀਆਂ। ਕਹਿੰਦੇ ਲਕੀਰਾਂ ਖਿੱਚਣ ਤੇ ਕੋਈ ਖੁਸ਼ੀ ਹੋਈ? ਕਹਿੰਦੇ ਨਾ ਜੀ। ਮੇਟਣ ਤੇ ਕੋਈ ਗੁੱਸਾ, ਕੋਈ ਗਮ, ਕੋਈ ਫਿਕਰ? ਕਹਿੰਦੇ ਨਾ ਜੀ ਕੁਛ ਨਹੀਂ ਹੋਇਆ। ਕਹਿੰਦੇ ਬਸ ਇੰਨਾ ਹੀ ਹੈ। 4 ਸਾਹਿਬਜ਼ਾਦਿਆਂ ਨੂੰ ਤੁਸੀਂ ਕੀ ਸਮਝਦੇ ਹੋ? ਉਹ ਤਾਂ ਮੇਰੇ ਕੋਲ ਹੀ ਨਹੀਂ ਹਰ ਵਕਤ। ਠੀਕ ਹੈ ਸਰੀਰ ਕਰਕੇ ਨਹੀਂ ਹਨ, ਪਰ ਉਹ ਤਾਂ ਹਮੇਸ਼ਾ ਹੀ ਸਦੀਵ ਕਾਲ ਸੱਚਖੰਡ ਵਾਸੀ ਹੋ ਗਏ, ਮੇਰੇ ਕੋਲ ਰਹਿੰਦੇ ਨੇ ਉਹ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਉੱਤੇ ਇੰਨਾ ਕੁਝ ਛੱਡ ਦੇਣਾ। 9ਵੇਂ ਪਾਤਸ਼ਾਹ ਨੇ ਬਾਬੇ ਬਕਾਲੇ ਤੋਂ ਛੱਡ ਦੇਣਾ ਇੰਨਾ ਕੁਝ, ਔਰ 10ਵੇਂ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਛੱਡ ਦੇਣਾ। ਕੋਈ ਮਨ ਦੇ ਉੱਤੇ ਅਸਰ ਨਹੀਂ। ਕਿਉਂ? ਰੱਬ ਦੇ ਪਿਆਰਿਆਂ ਉੱਤੇ ਵੀ ਕੋਈ ਅਸਰ ਨਹੀਂ, ਬੰਦ ਕਟਵਾ ਕੇ ਵੀ ਕੋਈ ਅਸਰ ਨਹੀਂ, ਔਰ ਆਰਾ ਚੱਲ ਜਾਣਾ ਕੋਈ ਅਸਰ ਨਹੀਂ। ਕਿਉਂ? ਜੁੜਿਆ ਹੀ ਨਹੀਂ ਹੋਇਆ ਪਦਾਰਥ ਨਾਲ, ਸਰੀਰ ਨਾਲ ਨਹੀਂ ਜੁੜਿਆ ਹੋਇਆ, ਉਹ ਤਾਂ ਨਾਮ ਨਾਲ ਜੁੜਿਆ ਹੋਇਆ। ਜ਼ਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਉਹ ਤਾਂ ਉਹ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ। ਉਹ ਤਾਂ ਉਹ ਜੋਤ ਨਾਲ ਜੁੜਿਆ ਹੋਇਆ, ਜਿਹੜੀ ਜੋਤ ਕੱਟੀ ਨਹੀਂ ਜਾਂਦੀ, ਵੱਢੀ ਨਹੀਂ ਜਾਂਦੀ, ਡੁੱਬਦੀ ਨਹੀਂ ਹੈ, ਕੋਈ ਉਹਨੂੰ ਸਾੜ ਨਹੀਂ ਸਕਦਾ ਹੈ। ਜਿਹੜਾ ਵਾਹਿਗੁਰੂ ਜੋਤ ਨਾਲ ਜੁੜਿਆ ਹੋਇਆ ਉਹ ਇੱਕ ਰਸ ਹੀ ਰਹਿੰਦਾ ਹੈ।
ਉਹਦੇ ਭਾਵੇਂ ਸਾਰਾ ਕੁਝ ਨਾਸ ਹੋ ਜੇ, ਉਹਦੀ ਬਿਰਤੀ ਨੂੰ ਫਰਕ ਹੀ ਨਹੀਂ ਪੈਂਦਾ। ਉਹਦੇ ਭਾਵੇਂ ਸਭ ਕੁਝ ਬਣ ਜੇ ਤਾਂ ਨਹੀਂ ਫਰਕ ਪੈਂਦਾ। ਤੇ ਦੁਨਿਆਵੀ ਬੰਦੇ ਦਾ ਤੇ ਜੇ ਕਿਤੇ ਮਾੜਾ ਜਾਂ ਕੁਝ ਘਟ ਜੇ ਤਾਂ ਰੋ ਬੁਰਾ ਹਾਲ ਕਰ ਲੈਂਦਾ, ਕਿਉਂਕਿ ਪਦਾਰਥ ਨਾਲ ਜੁੜਿਆ ਹੋਇਆ। ਇਸ ਕਰਕੇ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ, ਪਾਂਧੇ ਨੂੰ ਇਹੀ ਹੁਕਮ ਕਰ ਰਹੇ ਨੇ, ਕਹਿੰਦੇ ਜੋ ਤੂੰ ਸਮਝਦਾ ਉਹ ਗੱਲ ਨਹੀਂ ਹੈ। ਪਦਾਰਥਾਂ ਨਾਲ ਬਿਰਤੀ ਨਹੀਂ ਜੋੜਨੀ। ਇੱਥੇ ਆਮ ਤੌਰ ਤੇ ਆਪਣਾ ਸੁਭਾਅ ਬਦਲੋ। ਕਿਉਂ? ਅਸੀਂ ਤਾਂ ਛੋਟੇ ਹੁੰਦਿਆਂ ਨੇ ਘਰੇ ਦੇਖਿਆ ਜਾਂ ਪੰਜਾਬ ਦੇ ਵਿੱਚ, ਇੱਥੇ ਦਾ ਪਤਾ ਨਹੀਂ, ਕੱਚ ਦਾ ਕਿਤੇ ਗਲਾਸ ਟੁੱਟ ਜਾਂਦਾ ਸੀ, ਮਾਂ ਮਾਰ ਕੇ ਨਿਆਣੇ ਨੂੰ ਮਰਨ ਵਾਲਾ ਕਰ ਦਿੰਦੀ ਸੀ। ਕਿਉਂ ਗਲਾਸ ਤੋੜਿਆ? ਕਿ ਇੱਕ ਵਾਰੀ ਕਿਸੇ ਦਾ 5 ਰੁਪਏ ਗੁੰਮ ਗਏ ਸੀ, ਨਿਆਣਾ ਹੀ ਮਾਰਤਾ ਕੁੱਟ ਕੇ। ਦੇਖੋ ਇਹੋ ਜਿਹੇ ਲੋਕ ਨੇ ਬਈ, ਨਿਆਣਾ ਹੀ ਮਾਰਤਾ। 10 ਪੈਸੇ ਪਿੱਛੇ ਬੰਦਾ ਮੈਂ ਮਰਦਾ ਦੇਖਿਆ, 10 ਪੈਸੇ ਦਿੱਤੇ ਨਹੀਂ ਸਾਈਕਲ ਸਟੈਂਡ ਤੇ, ਉਹਨੇ ਚਾਕੂ ਮਾਰਦਾ ਉਹ ਢਿੱਡ 'ਚ। ਇਹ ਬੜੀ ਪੁਰਾਣੀ ਗੱਲ ਦੱਸਦਾ ਤੁਹਾਨੂੰ ਮੈਂ, 1970 ਦੀ ਗੱਲ ਹੋਣੀ ਹੈ। ਅਸੀਂ ਬੜੇ ਹੈਰਾਨ ਵੀ 10 ਪੈਸੇ ਨਹੀਂ ਦਿੱਤੇ ਤਾਂ ਕੀ ਹੋ ਗਿਆ। ਇਸ ਕਰਕੇ ਦੁਨੀਆ ਪਦਾਰਥਵਾਦੀ ਹੈ। ਮਹਾਰਾਜ ਨੇ ਸਿੱਖ ਨੂੰ ਪਦਾਰਥਵਾਦੀ ਨਹੀਂ ਬਣਾਇਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ ਤਾਂ ਕੀ ਹੋ ਗਿਆ, ਕੋਈ ਮਨ ਦੇ ਉੱਤੇ ਅਸਰ ਨਹੀਂ ਕਿਸੇ ਗੱਲ ਦਾ। ਕਈਆਂ ਦੇ ਦੇਖੇ ਮੋਬਾਈਲ ਗੁੰਮ ਗਿਆ, ਬਹੁਤ ਰੋਂਦੇ ਉੱਚੀ ਉੱਚੀ, ਮੇਰਾ ਮੋਬਾਈਲ। ਇੱਕ ਦੀ ਘੜੀ ਗੁੰਮ ਗਈ ਸੀ, ਉਹ ਦਿਲ ਦਾ ਦੌਰਾ ਪੈ ਗਿਆ ਸੀ ਉਹਨੂੰ, ਪਟਿਆਲੇ ਦੀ ਗੱਲ ਹੈ। ਅਸੀਂ ਪਤਾ ਲੈਣ ਗਏ, ਫਿਰ ਉਹਦਾ ਮੈਂ ਕੀ ਗੱਲ, ਕਹਿੰਦਾ ਨਗਰ ਕੀਰਤਨ ਸੀ, ਅਸੀਂ ਖੜਤਾਲਾਂ ਜਿਹੀਆਂ ਖੜਕਾਉਂਦੇ ਸੀ, ਮੇਰੀ ਘੜੀ ਗੁੰਮ ਗਈ, ਨਾਲ ਅੱਖਾਂ 'ਚ ਅੱਥਰੂ ਆ ਗਏ। ਮੈਂ ਘੜੀ ਗੁੰਮ ਗਈ, ਕੀ ਹੋ ਗਿਆ? ਨਹੀਂ ਉਹ ਮਹਿੰਗੀ ਬੜੀ ਸੀ, ਮੈਂ ਤਾਂ ਕੀ ਹੋ ਗਿਆ? 10ਵੇਂ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਛੱਡਿਆ, ਉਹਦਾ ਤੂੰ ਬੜੀ ਨੀਲੀ ਪੱਗ ਬੰਨੀ ਹੋਈ ਤੇ ਗਾਤਰਾ ਪਾਇਆ ਹੋਇਆ, ਫਿਰ ਸਾਡੀ ਸਿੱਖੀ ਦੀ ਬਦਨਾਮੀ ਕਰਦਾ ਤੂੰ। ਇਹ ਸਾਰਾ ਕੁਝ ਗੁੰਮ ਜੇ ਭਾਵੇਂ ਤਾਂ ਕੀ ਹੋ ਗਿਆ। ਸੋ ਇਸ ਕਰਕੇ ਆ ਕਿ ਆਪਣੀ ਬਿਰਤੀ ਨੂੰ ਇੰਨਾ ਉੱਚਾ ਠਾਓ ਕਿ ਜੇ ਮਾੜੀਆਂ ਚੀਜ਼ਾਂ ਦੇ ਉੱਤੇ ਆਪਾਂ ਐ ਡਿੱਗਣ ਲੱਗੇ, ਰੋਜ਼ ਹੀ ਅਪ ਡਾਊਨ ਹੋਣ ਲੱਗੇ, ਤਾਂ ਹੀ ਤਾਂ BP ਹੋ ਗਿਆ। ਅੱਜ ਕੱਲ ਬਿਮਾਰੀਆਂ ਇੰਨੀਆਂ ਵੱਧ ਗਈਆਂ। ਆਹ ਬਿੱਲ ਜੇ ਜਦ ਆਉਣ ਲੱਗੇ ਨੇ, ਮੇਰੇ ਖਿਆਲ ਉਦੋਂ ਦੇ ਦਿਲ ਦੇ ਦੌਰੇ ਪੈਣ ਲੱਗੇ ਨੇ। ਬਿੱਲ ਹੀ ਆਈ ਜਾਂਦਾ। ਇੱਥੇ ਦੇਖਿਆ ਹਰੇਕ ਦੇ ਘਰੇ ਦੇ ਬਿੱਲ ਡਿੱਗੀ ਤੁਰਿਆ ਜਾਂਦਾ ਬਸ। ਇਸ ਕਰਕੇ ਹਰੇਕ ਬੰਦਾ ਬਿੱਲ ਨਾਲ ਜੁੜ ਕੇ ਦਿਲ ਖਰਾਬ ਹੋ ਗਿਆ ਉਹਦਾ। ਤਾਂ ਸਤਿਗੁਰੂ ਕਹਿੰਦੇ ਨੇ ਜੇ ਨਾਮ ਨਾਲ ਜੁੜੇ ਰਹੋ ਨਾ, ਨਾਮ ਸਿਰਫ ਇੱਕ ਰਸ ਨਾਮ ਹੀ ਹੈ ਦੁਨੀਆ 'ਚ। ਬਾਕੀ ਸਾਰੀਆਂ ਚੀਜ਼ਾਂ ਆਪਣੀ ਥਾਂ ਬਦਲਦੀਆਂ, ਘਟਦੀਆਂ, ਵੱਧਦੀਆਂ ਰਹਿੰਦੀਆਂ ਨੇ। ਇਹੋ ਜਿਹਾ ਉਪਦੇਸ਼ ਰੋਜ਼ ਨਹੀਂ ਕਰਨਾ ਦਾਸ ਨੇ। ਇਹ ਤਾਂ ਸਿਰਫ ਇੱਕ ਸਮਝਾਇਆ ਕਿ ਸਿੱਖੀ ਹੁੰਦੀ ਕੀ ਹੈ। ਵੀ ਆਪਾਂ ਜੇ ਐਂ ਕਹੀਏ ਵੀ ਬਾਜੀ ਹੁਣ ਸਾਰਾ ਕੁਝ ਹੀ ਰੁੜ ਗਿਆ, ਫਿਰ ਤਾਂ ਰੋਜ਼ ਹੀ ਡਿੱਗੇ ਰਹੀਏ ਆਪਾਂ। ਕੁਝ ਨਹੀਂ ਹੁੰਦਾ। ਗਿਆ ਆ ਗਿਆ ਬਸ। ਆਪਣੀ ਬਿਰਤੀ ਨੂੰ ਨਾਮ ਦੇ ਨਾਲ ਜੋੜ ਕੇ ਰੱਖੀਏ। ਜਪਤ ਨਾਮ ਹਰ ਹੀਰਹਿ ਨੇਰਾ। ਉਹ ਰੱਬ ਦੇ ਪਿਆਰੇ ਨਾਮ ਜਪਦੇ ਨੇ, ਵਾਹਿਗੁਰੂ ਨੂੰ ਬਿਲਕੁਲ ਨੇੜੇ ਜਾਣਦੇ ਨੇ। ਪ੍ਰਮਾਤਮਾ ਮੇਰੇ ਕੋਲ ਹੈ, ਮੇਰੇ ਅੰਗ ਸੰਗ ਹੈ। ਆਪਾਂ ਕਰਦੇ ਤਾਂ ਨੇ ਵਾਹਿਗੁਰੂ, ਧਿਆਨ ਸਾਡਾ ਕਿਤੇ ਹੋਰ ਹੁੰਦਾ। ਤੇ ਜੇ ਵਾਹਿਗੁਰੂ ਕਰਦੇ ਆ, ਵਾਹਿਗੁਰੂ ਨੂੰ ਕੋਲ ਜਾਣੀਏ, ਇੰਨੀ ਭਾਵਨਾ ਨਹੀਂ ਬਣਾਉਂਦੇ ਹੈ ਵੀ ਆ ਕਥਾ ਸੁਣਦੇ ਆ ਗੁਰੂ ਨਾਨਕ ਸਾਹਿਬ ਦੀ। ਆਪਾਂ ਹੁਣ ਗੁਰੂ ਨਾਨਕ ਸਾਹਿਬ ਨੂੰ ਪਿੱਛੇ ਹੀ ਸੋਚੀ ਜਾਂਦੇ ਆ। ਮਹਾਰਾਜ ਪਹਿਲਾਂ ਹੋਏ ਨੇ, ਉਹ ਉਦੋਂ ਹੋਏ ਸੀ, ਉਹ ਕੋਈ ਬੰਦੇ ਸੀ ਵੀ ਉਦੋਂ ਹੋਏ ਸੀ ਤੇ ਹੁਣ ਨਹੀਂ ਹੈਗੇ, ਤਾਂ ਹੁਣ ਵੀ ਹੈਗੇ ਆ। ਗੁਰੂ ਨਾਨਕ ਸਾਹਿਬ ਨੇ ਜੋ ਕਿਹਾ ਨਾ, ਉਹ ਬਿਲਕੁਲ ਕਮਾਉਂਦੇ ਵੀ ਨੇ ਮਹਾਰਾਜ। ਜੇ ਮਹਾਰਾਜ ਨੇ ਕਿਹਾ ਕਿ ਸੰਗਤ ਵੱਡੀ ਆ, ਅਸੀਂ ਛੋਟੇ ਆ, ਤਾਂ ਮਹਾਰਾਜ ਸੰਗਤ 'ਚ ਹੀ ਬਹਿੰਦੇ ਨੇ। ਜੇ ਸੱਚੇ ਪਾਤਸ਼ਾਹ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਆਪਣੇ ਸਤਿਗੁਰੂ ਨੇ, ਤਾਂ ਦਸੇ ਸਰੂਪ ਜੇ ਆ ਵੀ ਜਾਣ, ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਦੇ, ਆਪ ਚੌਰ ਕਰਦੇ ਨੇ। ਆਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਸਰੂਪ ਸਮਾ ਵੀ ਜਾਂਦਾ ਉਹਨਾਂ ਦਾ। ਇਉਂ ਐਸੇ ਕੌਤਕ ਕਈਆਂ ਨੂੰ ਦਿਖਾਏ ਮਹਾਰਾਜ ਨੇ, ਮਹਾਂਪੁਰਸ਼ਾਂ ਨੂੰ ਬਥੇਰਿਆਂ ਨੂੰ ਦਿਖਾਏ ਕੌਤਕ। ਇਸ ਕਰਕੇ ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਜਦੋਂ ਵਾਹਿਗੁਰੂ ਕਹਿੰਦੇ, ਨਿਰੰਕਾਰ ਕਹਿੰਦੇ ਨੇ, ਧੰਨ ਗੁਰੂ ਨਾਨਕ ਕਹਿੰਦੇ ਨੇ, ਆਪਣੇ ਕੋਲ ਜਾਣਦੇ ਨੇ। ਸਤਿਗੁਰੂ ਸਾਤੋਂ ਦੂਰ ਨਹੀਂ, ਸਤਿਗੁਰੂ ਸਾਡੇ ਹਮੇਸ਼ਾ ਕੋਲ ਬੈਠਦੇ ਨੇ। ਚਿਤ ਅਚਿੰਤ ਤਨ ਤਜ ਜਬ ਜਾਏ। ਜਦੋਂ ਸਰੀਰ ਨੂੰ ਰੱਬ ਦੇ ਪਿਆਰੇ ਛੱਡ ਕੇ ਜਾਂਦੇ ਨੇ, ਉਹਦਾ ਚਿੱਤ ਅਚਿੰਤ ਹੁੰਦਾ। ਆਮ ਬੰਦਾ ਚੜ੍ਹਾਈ ਕਰਦੇ, ਉਹਦਾ ਚਿਹਰਾ ਦੇਖਿਆ ਕਰੋ ਕਾਲਾ ਜਿਹਾ ਹੋ ਜਾਂਦਾ। ਜਦ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਸਰੀਰ ਤਿਆਗਿਆ ਸੀ, ਆਪਣਾ ਐਕਸੀਡੈਂਟ ਹੋਇਆ ਸੀ ਬੇਸ਼ੱਕ, ਸੋ ਉਦੋਂ ਅਸੀਂ ਨਾਲ ਹੀ ਸੀਗੇ, ਤਾਂ 3-4 ਵਾਰ ਉਹਨਾਂ ਨੇ ਰਸਤੇ 'ਚ ਬਦਲਿਆ ਵੀ, ਆਪਣਾ ਥਾਂ ਵੀ ਬਦਲਿਆ। ਚਲੋ ਕਿੰਨੇ ਦਿਨ ਤੱਕ ਇਸ ਤਰ੍ਹਾਂ ਹੁੰਦਾ ਰਿਹਾ। ਸੋ ਐਕਸੀਡੈਂਟ ਤੋਂ ਬਾਅਦ 3 ਤਰੀਕ ਨੂੰ ਹੋਇਆ 1977 'ਚ, ਅਗਸਤ ਨੂੰ 16 ਨੂੰ ਸਰੀਰ ਛੱਡਿਆ ਸ਼ਾਮ ਨੂੰ। ਪਰ ਚਿਹਰਾ ਦੇਖ ਲਓ ਵੀ
ਰਾਤ ਨੂੰ ਸ਼ਾਮ ਨੂੰ ਸਰੀਰ ਛੱਡਿਆ, ਫਿਰ ਰਾਤ ਨੂੰ ਲੈ ਕੇ ਗਏ, ਸਾਰਾ ਦਿਨ ਦੂਜੇ ਦਿਨ ਚਿਹਰੇ ਦੇ ਉੱਤੇ ਫਰਕ ਨਹੀਂ ਪਿਆ, ਉਸੇ ਤਰ੍ਹਾਂ ਹੀ ਲਾਲ ਚਿਹਰਾ ਪਿਆ ਸੀ। ਕਿਉਂ? ਉਹ ਮੌਤ ਦੇ ਖੌਫ ਕਰਕੇ ਬੰਦੇ ਦਾ ਚਿਹਰਾ ਪੀਲਾ ਕਾਲਾ ਜਿਹਾ ਹੋ ਜਾਂਦਾ, ਸਿਆਹੋ ਹੋਆ ਸਵੇਤ। ਪਰ ਰੱਬ ਦਾ ਕੋਈ ਵੀ ਪਿਆਰਾ ਜਾਂਦਾ, ਇਹ ਨਹੀਂ ਕਿ ਮਹਾਂਪੁਰਸ਼ ਗਏ ਸੀ, ਜਿੰਨੇ ਵੀ ਮਹਾਂਪੁਰਸ਼ ਜਾਂਦੇ ਨੇ, ਰੱਬ ਦੇ ਪਿਆਰੇ ਜਾਂਦੇ ਨੇ, ਉਹ ਐਂ ਲੱਗਦੇ ਨੇ ਹੁਣੇ ਉੱਠ ਕੇ ਬਹਿ ਜਾਣਗੇ ਬਸ, ਚਿਹਰੇ ਦੇ ਉੱਤੇ ਕੋਈ ਬਦਲਿਆ ਨਹੀਂ ਹਾਵ ਭਾਵ। ਇਸ ਕਰਕੇ ਮਹਾਰਾਜ ਕਹਿੰਦੇ ਜੇ ਰੱਬ ਦਾ ਪਿਆਰਾ ਜਾਂਦਾ ਹੈ, ਭਾਈ ਤਾਰੂ ਸਿੰਘ ਜੀ ਉਸੇ ਤਰ੍ਹਾਂ ਹੀ ਬੈਠੇ, ਖੋਪੜੀ ਲਈ ਹੋਈ ਹੈ, ਬੈਠੇ ਰਹੇ ਕਿ ਨਹੀਂ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਉੱਤੇ ਨਾਮ ਦਾ ਅਸਰ ਹੈ, ਨਾਮ ਨਾਲ ਜੁੜੇ ਹੋਏ ਨੇ, ਉਹਨਾਂ ਦੇ ਉੱਤੇ ਉਹ ਪ੍ਰਭਾਵ ਨਹੀਂ ਪੈਂਦਾ ਜਿਹੜਾ ਸੰਸਾਰੀ ਲੋਕਾਂ ਤੇ ਪੈਂਦਾ। ਆਗੇ ਮਿਲ ਹੈ ਤਨਹਿ ਵਡਿਆਈ, ਉਹਨਾਂ ਨੂੰ ਫਿਰ ਅੱਗੇ ਵਡਿਆਈ ਮਿਲਦੀ ਹੈ। ਸੰਸਾਰੀ ਬੰਦੇ ਨੂੰ ਤਾਂ ਇੱਥੋਂ ਹੀ ਜਮਦੂਤ ਕੁੱਟਣਾ ਸ਼ੁਰੂ ਕਰ ਦਿੰਦੇ ਨੇ, ਕਦੇ ਕੋਈ ਸਜ਼ਾ ਕਦੇ ਕੋਈ ਸਜ਼ਾ। ਰੱਬ ਦੇ ਪਿਆਰੇ ਤਾਂ ਇੱਥੋਂ ਹੀ ਫੁੱਲਾਂ ਦੀ ਵਰਖਾ, ਵਡਿਆਈਆਂ, ਜੈ ਜੈਕਾਰ। ਅੱਗੇ ਪਰਲੋਕ ਦੇ ਵਿੱਚ ਕਹਿੰਦੇ ਆ ਗਿਆ ਮੇਰਾ ਪੁੱਤ ਜਿੱਤ ਕੇ ਆਇਆ। ਜਿਹੜਾ ਹਾਰ ਕੇ ਜਾਂਦਾ ਉਹ ਤਾਂ ਤੁਹਾਨੂੰ ਪਤਾ ਜਾਂਦਾ ਹੀ ਕਿਵੇਂ ਆ, ਫਿਰ ਮੇਰਾ ਪੁੱਤ ਜਿੱਤ ਕੇ ਆਇਆ। ਬਹੁਤ ਸਤਿਕਾਰ ਦਿੰਦੇ ਨੇ ਮਹਾਰਾਜ। ਤੁਸੀਂ ਇਹ ਨਹੀਂ ਗੱਲ ਜਾਣਦੇ, ਕਲਗੀਆਂ ਵਾਲੇ ਪਾਤਸ਼ਾਹ ਰਹਿਤ ਮਰਿਆਦਾ ਰੱਖਣ ਦਾ ਪੂਰਾ 100 ਨੰਬਰ ਦਿੰਦੇ ਆ, ਤੇ ਬਾਕੀ ਦੇ ਨੰਬਰ ਬਾਅਦ ਚ ਮਿਲਣੇ ਆਪਾਂ ਨੂੰ। ਕੱਲੇ ਕਕਾਰਾਂ ਦੀ ਸਾਂਭ ਸੰਭਾਲ ਲਈ 100 ਨੰਬਰ ਹੈ। ਇਹਨੇ ਸਿੰਘ ਨੇ ਕਕਾਰ ਬੜੇ ਸਾਂਭ ਕੇ ਰੱਖੇ ਆ। ਇਹ ਸਿੰਘ ਨੇ 2 ਟਾਈਮ ਕੰਘਾ ਕੀਤਾ, ਕੇਸਾਂ ਦੀ ਸੰਭਾਲ ਰੱਖੀ ਆ, ਮਰਿਆਦਾ ਰੱਖੀ ਹੈ। ਬਹੁਤ ਸਾਰੀ ਮਰਿਆਦਾ ਜਿਹੜੀ ਆਪਾਂ ਜਾਣਦੇ ਹਾਂ, ਹੋਰ ਵੀ ਪੜ੍ਹ ਕੇ ਦੇਖੋ। ਮਰਿਆਦਾ ਨੂੰ ਕਮਾਉਣ ਦੇ ਨਾਲ, ਨਿਤਨੇਮ ਕਰਨ ਦੇ ਨਾਲ, ਕ੍ਰੈਤਾਂ ਤੋਂ ਬਚਣ ਦੇ ਨਾਲ, ਦਸਵੰਧ ਕੱਢਣ ਦੇ ਨਾਲ, ਗੁਰਾਂ ਦੀ ਹਰ ਮਰਿਆਦਾ ਨੂੰ ਕਮਾਉਣ ਦੇ ਨਾਲ ਇੱਥੇ ਤਾਂ ਵਡਿਆਈ ਮਿਲਣੀ, ਪਰ ਪਰਲੋਕ ਵਿੱਚ ਮਿਲਦੀ ਵਡਿਆਈ ਫਿਰ। ਇਸ ਕਰਕੇ ਉੱਥੇ ਜਾ ਕੇ ਵਡਿਆਈ ਹੁੰਦੀ, ਜਸ ਹੁੰਦਾ। ਸੱਚੇ ਪਾਤਸ਼ਾਹ ਬਹੁਤ ਪਿਆਰ ਕਰਦੇ ਹਨ। ਜਸ ਕੇ ਨਿਕਸਾ ਹੈ ਮਸਤਕ ਟੀਕਾ, ਉਹਨਾਂ ਦੇ ਮੱਥੇ ਦੇ ਉੱਤੇ ਜਸ ਦਾ ਤਿਲਕ ਲੱਗਦਾ, ਭਾਵ ਟਿੱਕਾ ਨਿਕਲਦਾ। ਪ੍ਰਤੱਖ ਕਿਰਪਾ ਹੁੰਦੀ ਉਹਨਾਂ ਦੇ ਮਸਤਕ ਤੇ, ਮਣੀ ਚਮਕਦੀ ਨਾਮ ਦੀ। ਸੋ ਜਨ ਭਜਨ ਮਹਿ ਜਨ ਮਨ ਨੀਕਾ, ਪ੍ਰਮਾਤਮਾ ਦੇ ਭਜਨ ਦੇ ਵਿੱਚ ਉਹ ਰੱਬ ਦੇ ਪਿਆਰਿਆਂ ਦਾ ਜਿਹੜਾ ਮਨ ਹੈ ਚੰਗੀ ਤਰ੍ਹਾਂ ਜੁੜਿਆ ਹੁੰਦਾ। ਇੱਕ ਰਸ ਭਗਤੀ ਵਿੱਚ ਮਨ ਜੁੜ ਜਾਂਦਾ। ਦੋਹਰਾ ਸ੍ਰੀ ਪਰਮੇਸ਼ਰ ਅਤ ਦਇਆ, ਜਿਹ ਨਰ ਪ੍ਰਾਪਤ ਨਾਮ। ਜਿਹੜੇ ਬੰਦੇ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ, ਸ੍ਰੀ ਪਰਮੇਸ਼ਰ ਜੀ ਦੀ ਉਹਦੇ ਉੱਤੇ ਮੰਨ ਲਓ ਬਹੁਤ ਜ਼ਿਆਦਾ ਦਇਆ ਹੈ। ਇਹ ਕਿਸੇ ਕਿਸੇ ਤੇ ਦੇਖੀ ਦੀ ਕਿਰਪਾ। ਜਦੋਂ ਕਿਰਪਾ ਹੁੰਦੀ ਹੈ, ਕੋਈ ਬੰਦਾ ਦੇਖਿਆ ਅੱਜ ਤੱਕ, ਵਾਹਿਗੁਰੂ ਪਤਾ ਨਹੀਂ ਕਿੱਥੇ ਦਿਆਲ ਹੋ ਜਾਂਦੇ ਨੇ। ਕਈ ਤਾਂ ਵਿਚਾਰਿਆਂ ਨੇ ਦੇਖਿਆ ਸਾਰੀ ਜ਼ਿੰਦਗੀ ਬੜੀ ਮਿਹਨਤ ਮਸ਼ੱਕਤ ਕੀਤੀ ਆ, ਤੇ ਕਈਆਂ ਨੂੰ ਸੁਤੇ ਸਿੱਧੀ ਕਿਰਪਾ ਹੋ ਜਾਂਦੀ ਹੈ। ਇਸ ਕਰਕੇ ਇਹ ਵੀ ਨਹੀਂ ਕਦੇ ਮਨ ਦੇ ਅੰਦਰ ਲਿਆਉਣਾ ਕਿ ਸਾਡੀ ਤਾਂ ਕਮਾਈ ਥੋੜੀ ਆ, ਅਸੀਂ ਤਾਂ ਜੀ, ਕਈ ਕਹਿਣਗੇ ਅਸੀਂ ਤਾਂ ਜੀ ਪਾਪੀ ਆ, ਸਾਡੇ ਤੇ। ਹੁਣ ਪਾਪੀਆਂ ਨੂੰ ਵੀ ਬਖਸ਼ਦੇ ਮਹਾਰਾਜ ਸੱਚੇ ਪਾਤਸ਼ਾਹ। ਦਾਰੀ ਐਸਾ ਹੈ, ਕਿੰਨਾ ਹੀ ਕੋਈ ਹੋਵੇ, ਜਦ ਇੱਕ ਵਾਰ ਸਾਰਾ ਕੁਝ ਛੱਡ ਕੇ ਗੁਰਾਂ ਦੇ ਚਰਨਾਂ ਤੇ ਮੱਥਾ ਟੇਕਦੇ, ਸੱਚੇ ਪਾਤਸ਼ਾਹ ਅੱਜ ਤੋਂ ਮੈਂ ਤੁਹਾਡਾ, ਮਹਾਰਾਜ ਖੁਸ਼ ਹੋ ਜਾਂਦੇ। ਸ਼ਾਬਾਸ਼, ਇੰਨੀਆਂ ਗਲਤੀਆਂ ਤੂੰ ਛੱਡ ਕੇ ਆਇਆ, ਉਹਨੂੰ ਪਹਿਲਾਂ ਗਲ ਨਾਲ ਲਾਉਂਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਦਾਤ ਦਿੰਦੇ ਨੇ ਬਹੁਤ। ਜਿਹਦੇ ਉੱਤੇ ਦਇਆ ਹੋਵੇ ਉਸ ਉੱਤੇ ਕਿਰਪਾ ਕਰਦੇ ਹਨ। ਬਾਤਾਂ ਬਕਨੀ ਬਦਨ ਤੇ ਬਾਤ ਸਰਸ ਬਿਨ ਕਾਮ। ਹੁਣ ਜਿਹੜੀਆਂ ਇਹ ਹੋਰ ਗੱਲਾਂ ਮੂੰਹ ਤੋਂ ਕਰਨੀਆਂ ਨੇ, ਇਹ ਤੇ ਹਵਾ ਦੇ ਤੁਲ ਨਿਕੰਮੀਆਂ ਹੀ ਨੇ। ਐਵੇਂ ਤੂੰ ਕਰੀ ਜਾਂਦਾ ਜੀ, ਉਹ ਸੰਤ ਭੁੱਖੇ ਮਰ ਜਾਂਦੇ, ਜੇ ਉਹਨਾਂ ਘਰ ਨਹੀਂ ਹੁੰਦਾ, ਕੱਪੜਾ ਨਹੀਂ, ਕੀ ਨਹੀਂ ਹੁੰਦਾ ਉਹਨਾਂ ਕੋਲੇ, ਉਹ ਜਾਣ ਕੇ ਨਹੀਂ ਮੰਗਦੇ। ਰੱਬ ਤੇ ਲੈ ਕੇ ਉਹਨਾਂ ਕੋਲ ਸੋਨਾ ਚਾਂਦੀ ਖੜਾ ਹੁੰਦਾ। ਰੱਬ ਤੇ ਉਹਨਾਂ ਨੂੰ ਕਹਿੰਦਾ ਮਹਿਲ ਲੈ ਲਾ, ਕਹਿੰਦੇ ਨਹੀਂ ਲੈਣਾ, ਸੋਨਾ ਲੈ ਲਾ। ਭਗਤ ਰਵਿਦਾਸ ਨੂੰ ਰੋਜ਼ ਮੂਰਤੀ ਥੱਲੇ ਮੋਹਰਾਂ ਮਿਲ ਜਾਂਦੀਆਂ 4, ਤੇ ਭਗਤ ਜੀ ਨੇ ਚੁੱਕ ਕੇ ਖੂੰਜੇ ਸੁੱਟਦੇ ਆ, ਮਿੱਟੀ ਜੀ ਪਤਾ ਨਹੀਂ ਕੌਣ ਰੱਖ ਜਾਂਦਾ ਰੋਜ਼ ਹੀ। ਕਹਿੰਦੇ ਮੋਹਰਾਂ ਨੂੰ ਮਿੱਟੀ ਆਖਿਆ ਕਰਨ। ਉਹ ਪ੍ਰਮਾਤਮਾ ਨੇ ਇੱਕ ਵਾਰ ਸੁਪਨੇ 'ਚ ਕਿਹਾ, ਉਹ ਮੈਂ ਇੰਨੀਆਂ ਮੋਹਰਾਂ ਦਿੰਦਾ ਭਗਤਾ, ਤੂੰ ਫਿਰ ਵੀ ਭੁੱਖਾ ਰਹੀ ਜਾਂਦਾ, ਕੋਈ ਕਰ ਲਿਆ ਕਰ। ਉਹ ਕਹਿੰਦੇ ਮੈਂ ਨਹੀਂ ਲੈਣੀਆਂ, ਮੈਨੂੰ ਤਾਂ ਨਾਮਦਾਨ ਹੀ ਠੀਕ ਹੈ। ਫਿਰ ਬਹੁਤ ਜ਼ੋਰ ਦੇ ਨਾਲ ਕਿਤੇ ਪ੍ਰਮਾਤਮਾ ਨੇ ਵਿਧੀ ਬਣਾਈ। ਫਿਰ ਰਾਣੀ ਝਾਲਾਂਬਾਈ ਜਾ ਕੇ ਜਦੋਂ ਸਰਧਾ ਨਾਲ ਦਰਸ਼ਨ ਕਰਨ ਗਈ, ਪ੍ਰਮਾਤਮਾ ਨੇ ਸੋਚਿਆ ਇਦਾਂ ਭਗਤ ਨੇ ਨੀ ਮਾਇਆ ਲੈਣੀ, ਨਾ ਫਿਰ ਇਹ ਭੁੱਖਾ ਵੀ ਰਹੂ, ਕੋਈ ਕੱਪੜਾ ਲੀੜਾ ਵੀ ਨਹੀਂ। ਹੁਣ ਕਹਿੰਦੇ ਚੰਗਾ ਰਵਿਦਾਸ, ਜਿਹੜੇ ਤੇਰੇ ਕੋਲ ਪੈਸੇ ਮੋਹਰਾਂ ਆਈਆਂ, ਇਹਦਾ ਮੰਦਰੀ ਬਣਾ ਦੇ ਇੱਕ।
ਕਹਿੰਦੇ ਹਾਂ ਇਹ ਕਰ ਸਕਦਾ ਮੈਂ। ਉੱਥੇ ਵੱਡਾ ਸਾਰਾ ਇੱਕ ਮੰਦਿਰ ਬਣਾਤਾ। ਕਹਿੰਦੇ ਰਵਿਦਾਸ ਗਰੀਬਾਂ ਨੂੰ ਲੰਗਰ ਹੀ ਲਾ ਦੇ। ਕਹਿੰਦੇ ਜੀ ਇਹ ਕਰ ਸਕਦਾ। ਗਰੀਬਾਂ ਨੂੰ ਲੰਗਰ ਲਾਤਾ। ਕਹਿੰਦੇ ਤੂੰ ਵੀ ਛਕ ਲਿਆ ਕਰ ਬਹਿ ਕੇ। ਐ ਢੰਗ ਬਣਾ ਕੇ ਭਗਤ ਨੂੰ ਰੋਟੀ ਖਵਾਈ ਤੇ ਭਗਤ ਰੋਟੀ ਨਾ ਖਾਇਆ ਕਰੇ। ਨਾ ਭਗਤ ਜੀ ਆਖਣ ਮੈਂ ਕੱਪੜਾ ਵੀ ਨਹੀਂ ਪਾਉਣਾ। ਇੰਨਾ ਵਿਰਾਗੀ ਤਿਆਗੀ ਸੁਭਾਅ ਸੀ ਭਗਤ ਜੀ ਦਾ। ਕਬੀਰ ਜੀ ਕੋਲੇ ਪਰਮੇਸ਼ਰ ਆਪ ਆ ਗਏ, ਸਾਰਾ ਕੁਝ ਦੇਣ ਨਹੀਂ ਲੈਂਦੇ। ਭਗਤ ਰਵਿਦਾਸ ਜੀ ਕੋਲ ਆ ਗਏ, ਕਹਿੰਦੇ ਆ ਪਾਰਸ ਦੀ ਵੱਟੀ ਹੈ ਦੇਖੀਏ, ਹਲ ਸੋਨਾ ਬਣਾਉਣਾ ਸਾਰਾ ਹੀ। ਜਿੰਨੇ ਭਗਤ ਰਵਿਦਾਸ ਜੀ ਕੋਲ ਸੀਗੇ ਸੰਦ ਜੇ ਜੁੱਤੀ ਬਣਾਉਣ ਵਾਲੇ ਸਾਰੇ ਸੋਨੇ ਬਣਾਤੇ। ਉਹ ਭਗਤ ਜੀ ਨੇ ਜਦ ਚਮੜੇ ਦੇ ਵਿੱਚ ਆਰ ਘਬੋਈ ਉਹ ਮੁੜ ਗਈ। ਹੁਣ ਸੋਨਾ ਤਾਂ ਉਹਨਾਂ ਜ਼ਬਰਦਸਤ ਨਹੀਂ ਹੁੰਦਾ, ਲੋਹੇ ਵਰਗਾ ਤਕੜਾ। ਉਹ ਕਹਿੰਦੇ ਮਹਾਰਾਜ ਤੁਸੀਂ ਤਾਂ ਮੇਰੀ ਰੋਜੀ ਰੋਟੀ ਬੰਦ ਕਰਤੀ, ਮੈਂ ਨਹੀਂ ਸੋਨਾ ਸੋਨਾ ਚਾਹੀਦਾ ਮੈਨੂੰ। ਕਹਿੰਦੇ ਆ ਪਾਰਸ ਦੀ ਵੱਟੀ ਐਂ ਕਰਨ ਦੀ, ਕਹਿੰਦੇ ਇੱਥੇ ਰੱਖ ਜੋ। ਬ੍ਰਾਹਮਣ ਬਣ ਕੇ ਆਏ ਸੀ ਪਰਮੇਸ਼ਰ। ਜਦ ਪਾਰਸ ਦੀ ਵੱਟੀ ਉੱਥੇ ਰਖਾ ਲਈ ਝੌਂਪੜੀ 'ਚ। ਪਰਮੇਸ਼ਰ 6 ਮਹੀਨੇ ਬਾਅਦ ਆਏ। ਹਾਂ ਬਈ ਇਹ ਤੂੰ ਉਹਦੇ ਝੌਂਪੜੀ 'ਚ ਬੈਠਾ, ਹੁਣ ਨੂੰ ਮਹਿਲ ਪਾਇਆ ਹੋਣਾ ਸੀ। ਕਹਿੰਦੇ ਪਾਰਸ ਦੀ ਵੱਟੀ ਦਿੱਤੀ ਸੀ, ਕਿੱਥੇ ਰੱਖੀ ਆ ਉਹ? ਕਹਿੰਦੇ ਜਿੱਥੇ ਰੱਖੀ ਸੀ ਨਾ ਆਪਦੇ ਹੱਥੀਂ ਉੱਥੋਂ ਹੀ ਚੱਕ ਲਓ, ਮੈਂ ਨਹੀਂ ਹੱਥ ਲਾਇਆ ਉਹਨੂੰ। ਫਿਰ ਪਰਮੇਸ਼ਰ ਪ੍ਰਗਟ ਹੋ ਗਏ। ਕਹਿੰਦੇ ਮੈਂ ਦੇ ਕੇ ਗਿਆ ਸੀ। ਕਹਿੰਦੇ ਪਰਮੇਸ਼ਰ ਤੇਰਾ ਨਾਮ ਹੀ ਮੈਨੂੰ ਵਧੀਆ, ਤੂੰ ਮੇਰੇ ਤੇ ਕਿਰਪਾ ਕਰ ਦੇ ਬਸ। ਉਹ ਇਸ ਕਰਕੇ ਰੱਬ ਦੇ ਪਿਆਰੇ ਇਹ ਨਹੀਂ ਕਿ ਜਾਣ ਬੁੱਝ ਕੇ ਕੰਗਾਲ ਰਹਿੰਦੇ ਹੁੰਦੇ ਨੇ। ਲక్ష్ਮੀ ਆ ਕੇ ਤਰਲੇ ਕਰੀ ਜਾਂਦੀ ਸਾਹਮਣੇ, ਆਹ ਲੈ ਲਾ, ਆਹ ਲੈ ਲਾ, ਆਹ ਲੈ ਲਾ। ਮਹਾਰਾਜ ਕਹੀ ਨੇ ਆਹ ਲੈ ਲਾ, ਆਹ ਲੈ ਲਾ। ਉਹ ਕਹਿੰਦੇ ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਉਹ ਮੈਨੂੰ ਤਾਂ ਜੇ ਦੇਣਾ ਨਾਮਦਾਨ ਹੀ ਦੇ ਦਿਓ ਜੀ, ਹੋਰ ਕਿਰਪਾ ਕਰ ਦਿਓ। ਜਿੱਥੇ ਮੈਂ 22 ਘੰਟੇ ਜਪਦਾ ਉੱਥੇ 24 ਘੰਟੇ ਜਪਣ ਲਾ ਦਿਓ, ਪਰ ਮੈਨੂੰ ਆਹ ਨਾ ਦਿਓ। ਇਹ ਤਾਂ ਨਿਰਾ ਦਲਿੱਦਰ ਬਿਮਾਰੀ ਖਾਨਾ ਹੈ। ਆ ਜਿਹੜੀ ਮਾਇਆ ਇਹਦੇ ਨਾਲ ਝਗੜੇ ਕਲੇਸ਼ ਖੜੇ ਹੁੰਦੇ ਨੇ। ਰੱਬ ਦੇ ਪਿਆਰੇ ਮੰਗਦੇ ਨਹੀਂ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਇਹ ਨਹੀਂ ਕਿ ਉਹਨਾਂ ਕੋਲ ਹੁੰਦਾ ਨਹੀਂ। ਜਿਵੇਂ ਭਾਈ ਗੜੀਏ ਨੇ ਕਿਹਾ ਸੀਗਾ, ਭਾਈ ਦੌਲਾ ਸੋਇਆ ਫਕੀਰ। ਜਦ ਭਾਈ ਗੜੀਆ ਜੀ ਸਿੱਖੀ ਦਾ ਪ੍ਰਚਾਰ ਕਰਨ ਗਏ 6ਵੇਂ ਪਾਤਸ਼ਾਹ ਵੇਲੇ, ਕਥਾ ਆਵੇਗੀ 6ਵੇਂ ਪਾਤਸ਼ਾਹ 'ਚ ਇਤਿਹਾਸ ਵਿੱਚ, ਜਦੋਂ ਗਏ ਤਾਂ ਉਸ ਵਕਤ ਕਥਾ ਕਰਕੇ ਜਦੋਂ ਮੁੜੇ ਭਾਈ ਦੌਲਾ ਬੜਾ ਖੁਸ਼, ਕਹਿੰਦਾ ਮੈਂ ਨਾਲ ਜਾਣਾ ਛੱਡਣ ਤੁਹਾਨੂੰ। ਕਾਫੀ ਦੂਰ ਤੱਕ ਛੱਡਣ ਵੀ ਗਿਆ। ਭਾਈ ਦੌਲਾ ਚੰਗਾ ਕਰਾਮਾਤੀ ਬੰਦਾ ਸੀ, ਭਗਤ ਆਦਮੀ ਸੀ। ਰਸਤੇ ਵਿੱਚ ਭਾਈ ਸਾਹਿਬ ਕਹਿੰਦੇ ਗੱਲਾਂ ਮੈਂ ਕਰਨੀਆਂ ਨਹੀਂ, ਸੁਖਮਨੀ ਸਾਹਿਬ ਦਾ ਪਾਠ ਕਰੂੰਗਾ, ਤੂੰ ਸੁਣਨਾ। ਉਹ ਪਿੱਛੇ ਵਿੱਚ ਸੁਣਦਾ ਆਵੇ। ਭਾਈ ਸਾਹਿਬ ਤੁਰੇ, ਟੁੱਟੀ ਜੁੱਤੀ ਪਾਈ, ਮਿੱਟੀ ਦੇ ਉੱਤੇ ਤੁਰਦੇ, ਮਿੱਟੀ ਉੱਡ ਉੱਡ ਕੇ ਸਾਰੀ ਪਿੱਛੇ ਲੱਤਾਂ ਤੇ ਪਈ ਜਾਂਦੀ। ਭਾਈ ਦੌਲਾ ਸੋਚਦਾ, ਦੱਸ 6ਵੇਂ ਪਾਤਸ਼ਾਹ ਦਾ ਸਿੱਖ ਪ੍ਰਚਾਰਕ ਹੈ, ਮਹਾਰਾਜ ਜੁੱਤੀ ਵੀ ਲੈ ਕੇ ਦੇ ਸਕਦੇ ਇਹਨੂੰ। ਭਾਈ ਸਾਹਿਬ ਨੇ 12 ਅਸ਼ਟਪਦੀਆਂ ਪੂਰੀਆਂ ਕਰਦੀਆਂ, ਖੜ ਗਏ ਉੱਥੇ। ਦੌਲਿਆ ਕੀ ਸੋਚਿਆ ਵੀ ਗੁਰੂ ਸਾਹਿਬ ਨੇ ਮੈਨੂੰ ਦਿੱਤਾ ਨਹੀਂ, ਅੱਖਾਂ ਬੰਦ ਕਰ, ਹੁਣੇ ਹੀ ਤੈਨੂੰ ਦਿਖਾਵਾਂ ਕੀ ਦਿੱਤਾ। ਅੱਖਾਂ ਬੰਦ ਕੀਤੀਆਂ, ਕਹਿੰਦੇ ਹੁਣ ਖੋਲ। ਉਹ ਜਿੰਨੇ ਪਹਾੜ ਸੀ ਸਾਰੇ ਹੀ ਸੋਨੇ ਦੇ ਬਣਾਤੇ, ਜਿੰਨੀਆਂ ਗੀਟੀਆਂ ਪਈਆਂ ਸਾਰਿਆਂ ਦੇ ਹੀਰੇ ਮੋਤੀ ਬਣਾਤੇ। ਕਹਿੰਦੇ ਆ ਦੇਖ ਮਹਾਰਾਜ ਨੇ ਦਿੱਤਾ ਤਾਂ ਇੰਨਾ ਕੁਛ ਹੈ, ਪਰ ਮੇਰੇ ਪਾਤਸ਼ਾਹ ਨੇ ਕਿਹਾ ਰੱਖ ਗਰੀਬੀ ਵੇਸ। ਮੈਂ ਤਾਂ ਗਰੀਬੀ ਦਾ ਵੇਸ ਰੱਖ ਕੇ ਆਪਣੇ ਆਪ ਨੂੰ ਢੱਕਿਆ ਹੋਇਆ। ਇਹ ਨਾ ਕਹੀਂ ਸਿੱਖ ਨੂੰ ਦਿੱਤਾ ਨਹੀਂ। 12 ਰਿੱਧੀਆਂ ਨਿੱਧੀਆਂ ਸਿੱਧੀਆਂ ਸਾਰੀਆਂ ਮੇਰੇ ਕੋਲ ਨੇ। ਉਹ ਤਰਲੇ ਕਰਦੀਆਂ, ਲక్ష్ਮੀ ਤਰਲੇ ਕਰਦੀ, ਮਾਇਆ ਮੇਰੇ ਤਰਲੇ ਕਰਦੀ ਆ, ਸ਼ਕਤੀਆਂ ਮੇਰੇ ਤਰਲੇ ਕਰਦੀਆਂ, ਪਰ ਮੈਂ ਨਹੀਂ ਲੈਂਦਾ। ਮੈਂ ਸਿਰਫ ਇੱਕ ਨਾਮ ਹੀ ਮੰਗਿਆ ਗੁਰਾਂ ਤੋਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਂਦੇ ਰੱਬ ਦੇ ਪਿਆਰਿਆਂ ਕੋਲ ਮੈਂ ਦਿੰਦਾ ਸਾਰਾ ਕੁਝ ਹੀ ਹੈ, ਪਰ ਉਹ ਮੈਥੋਂ ਲੈਂਦੇ ਨਹੀਂ। ਉਹ ਕਹਿੰਦੇ ਜਿਹੜਾ ਆਨੰਦ ਨਾਮ ਦੇ ਵਿੱਚ ਹੈ, ਪਦਾਰਥਾਂ ਵਿੱਚ ਨਹੀਂ ਹੈ ਜੀ। ਬਾਤਾ ਬਖਨੇ ਬਦਨ ਤੇ ਬਾਤ ਸਰਸ ਬਿਨ ਕਾਮ। ਇਹ ਮੂੰਹ ਦੀਆਂ ਐਵੇਂ ਗੱਲਾਂ ਵਰਤਾਈਆਂ ਜੀ, ਆਓ ਜੀ ਆ ਜਿਹੜੇ ਤੂੰ ਕਰਦਾ ਨਾ ਗੱਲਾਂ, ਤੂੰ ਕਿਤੇ ਬਹਿ ਕੇ ਨਾਮ ਨਹੀਂ ਜਪਿਆ, ਜੇ ਕਿਤੇ ਨਾਮ ਦਾ ਆਨੰਦ ਮਾਣ ਲਵੇਂ ਫੇਰ ਤੈਨੂੰ ਪਤਾ ਲੱਗੇ। ਚੌਪਾਈ ਸੁਣ ਸੁਣ ਸਰੋਨਣ ਬੈਨਣ ਪਾਦਾ। ਸੁਣ ਸੁਣ ਕੇ ਕੰਨਾਂ ਦੇ ਵਿੱਚ ਇਹਨਾਂ ਨੇ ਬਚਨਾਂ ਦੇ ਤਾਂ ਹੀ ਪਾਂਦਾ। ਨਿਜ ਚਿਤ ਇਹ ਲਖ ਮੰਤਰਣ ਬਾਦਾ। ਆਪਣੇ ਚਿੱਤ ਦੇ ਵਿੱਚ ਇਉਂ ਖਿੱਚਿਆ ਗਿਆ ਸੋ ਜਿਵੇਂ ਸੱਪ ਬੀਨ ਦੇ ਉੱਤੇ ਮਸਤ ਹੋ ਜਾਂਦਾ। ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ
ਉਹਦਾ ਮਨ ਕੀਲਿਆ ਗਿਆ। ਤਿਉ ਤਿਉ ਨਮਰ ਹੋਏ ਬਰਬਾਨੀ, ਤਿਉਂ ਨਿਮਰਤਾ ਵਿੱਚ ਆਈ ਗਿਆ, ਸ੍ਰੇਸ਼ਟ ਬਾਣੀ ਬਣ ਗਈ। ਬੂਝਣ ਹੇਤ ਬਦਹਿ ਸੁਖ ਦਾਨੀ, ਸੋ ਬੋਲਦਾ ਹੈ ਪੁੱਛਣ ਵਾਸਤੇ ਹੁਣ ਮਹਾਰਾਜ ਨੂੰ। ਪਾਤਸ਼ਾਹ ਭੂਪਤ ਇੱਕ ਕੀਤੇ, ਇੱਕ ਪਾਤਸ਼ਾਹ ਬਣਾਏ ਨੇ, ਇੱਕ ਰਾਜੇ ਬਣਾਏ ਹਨ। ਚਿਤ ਮਹਿ ਕਬ ਭਗਵੰਤ ਨਾ ਪ੍ਰੀਤੇ, ਉਹਨਾਂ ਦੇ ਮਨ 'ਚ ਤਾਂ ਰੱਬ ਦਾ ਪਿਆਰ ਨਹੀਂ ਹੁੰਦਾ। ਰਾਜੇ ਮਹਾਰਾਜੇ ਜਿਹੜੇ ਤੁਸੀਂ ਬਣਾਏ ਨੇ ਰੱਬ ਨੇ, ਬਿਲਸਤ ਜਗਤ ਵਿਸਾਲ ਬਿਲਾਸਾ, ਉਹ ਸਾਰੇ ਜੱਗ ਦੇ ਐਨ ਐਸ਼ੋ ਆਰਾਮ ਕਰਕੇ ਚਲੇ ਜਾਂਦੇ ਨੇ। ਹਿਰਦੇ ਨਾ ਕਦੇ ਨਾਮ ਪਰਵਾਸਾ, ਜੀ ਉਹਨਾਂ ਦਾ ਤਾਂ ਕਦੇ ਨਾਮ ਤੇ ਮੈਂ ਭਰੋਸਾ ਦੇਖਿਆ ਨਹੀਂ ਰਾਜੇ ਮਹਾਰਾਜਿਆਂ ਦਾ। ਨਿਸਵਾਸਰ ਐਸਨ ਮਹਿ ਐਸੇ, ਰਾਤ ਦਿਨ ਐਸ਼ਾਂ ਕਰਦੇ ਹੋ ਰਾਜੇ ਮਹਾਰਾਜੇ। ਫੁੱਲ ਪਲ ਮਹਿ ਅਲ ਮਿਲਵਤ ਜੈਸੇ, ਜਿਵੇਂ ਕਮਲ ਦੇ ਵਿੱਚ ਭੰਵਰਾ ਮਿਲ ਜਾਂਦਾ, ਉਹ ਤਾਂ ਐਂ ਰਹਿੰਦੇ ਨੇ, ਐਸ਼ਾਂ ਕਰੀ ਜਾਂਦੇ ਨੇ, ਭੋਗ ਪਦਾਰਥਾਂ 'ਚ ਖੁੱਭੇ ਰਹਿੰਦੇ ਨੇ। ਅੰਤ ਸਮਾਨ ਹੈ ਸਿਮਰਹਿ ਸੋਊ, ਅੰਤ ਸਮੇਂ ਉਹ ਯਾਦ ਵੀ ਨਹੀਂ ਕਰਦੇ। ਜੋ ਅਗ ਲਖਤ ਨਾ ਲੋਲ ਪਕੋਊ, ਸੋ ਇਸ ਕਰਕੇ ਜਿਵੇਂ ਕੋਈ ਬੰਦਾ ਹੁੰਦਾ ਨਾ, ਉਹ ਲੰਪਟ ਹੋਇਆ ਵਿਕਾਰਾਂ 'ਚ, ਪਾਪਾਂ ਨੂੰ ਸਮਝਦਾ ਹੀ ਨਹੀਂ ਹੈ। ਦੋਹਰਾ ਦਿਨ ਦੀਨੋ ਤਨ ਮਨ ਧਨ, ਤਿਸਤੇ ਅਸ ਅਨਜਾਨ, ਜਿਸ ਪ੍ਰਮਾਤਮਾ ਨੇ ਤਨ ਮਨ ਧਨ ਸਭ ਦਿੱਤਾ ਹੈ, ਉਸ ਪ੍ਰਮਾਤਮਾ ਤਾਂ ਉਹ ਐਸੇ ਅਣਜਾਣ ਹੀ ਹਨ। ਦਾਦਰ ਕਰਦਮ ਮਦ ਮਿਲ, ਕੀਮ ਨਾ ਕਮਲ ਪਛਾਨ, ਕਿਉਂਕਿ ਦਾਦਰ ਜਿਹੜਾ ਡੱਡੂ ਹੁੰਦਾ ਹੈ, ਉਹ ਮਿਲ ਕਰਕੇ ਚਿੱਕੜ ਦੇ ਵਿੱਚ ਕਮਲ ਦੀ ਕੀਮਤ ਨਹੀਂ ਜਾਣ ਸਕਦਾ। ਚੌਪਈ ਬਿਸਰੈ ਬੈਸ ਬਿਹਾਵਹਿ ਸਭ ਹੀ, ਕਿਉਂ ਰੱਬ ਨੂੰ ਵਿਸਾਰ ਕਰਕੇ ਉਹਨਾਂ ਦੀ ਸਾਰੀ ਉਮਰ ਬਤੀਤ ਹੋ ਜਾਂਦੀ ਹੈ। ਨਾਮ ਨ ਚਿਤ ਮਹਿ ਚਿਤਵਿਓ ਕਬ ਹੀ, ਉਹ ਕਦੇ ਵੀ ਵਾਹਿਗੁਰੂ ਦਾ ਨਾਂ ਚੇਤੇ ਕਰਦੇ ਹੀ ਨਹੀਂ ਹਨ। ਸੁਖ ਸੋ ਵਿਸਵ ਵਸਹਿ ਬਸ ਸੇਤੀ, ਇਸ ਕਰਕੇ ਉਹ ਸਾਰੀ ਜ਼ਿੰਦਗੀ ਸੰਸਾਰ ਦੇ ਅੰਦਰ ਬੜੇ ਸੁਖ ਮਾਣਦੇ ਰਹਿੰਦੇ ਨੇ, ਪਦਾਰਥਾਂ ਨਾਲ ਹੀ ਹਰ ਵਕਤ ਜਿਹੜੇ ਨੇ ਲਿਪਾਏਮਾਨ ਰਹੇ ਨੇ, ਪਦਾਰਥਾਂ ਦੇ ਵਿੱਚ ਰਹਿ ਕਰਕੇ। ਹਿਰਦੇ ਕਦਾ ਚਿਤ ਸੁਧ ਨ ਅਗੇਤੀ, ਉਹਨਾਂ ਨੂੰ ਕਦੇ ਵੀ ਮਨ ਦੇ ਅੰਦਰ ਸੁੱਧ ਨਹੀਂ ਆਉਂਦੀ ਪ੍ਰਮਾਤਮਾ ਦੀ, ਉਹ ਪਦਾਰਥਾਂ ਵਿੱਚ ਖੱਚਤ ਹੋਏ ਰਹਿੰਦੇ ਹਨ। ਇਹ ਸਥਾਨ ਕੈਸੇ ਸੁਖ ਪਾਵਹਿ, ਉਹ ਮੈਨੂੰ ਨਹੀਂ ਸਮਝ ਲੱਗਦੀ ਮਹਾਰਾਜ, ਫਿਰ ਉਹ ਰਾਜੇ ਮਹਾਰਾਜੇ ਕਿਵੇਂ ਸੁਖ ਪਾਉਂਦੇ ਨੇ ਇੱਥੇ ਰਹਿ ਕਰਕੇ? ਉਹ ਤਾਂ ਰੱਬ ਦਾ ਨਾਮ ਵੀ ਨਹੀਂ ਲੈਂਦੇ, ਐਸ਼ਾਂ ਕਰਦੇ ਨੇ ਸਾਰੀ ਜ਼ਿੰਦਗੀ। ਕੋ ਬਿਦ ਹੋਤ ਅਗਾਰੀ ਜਾਵਹਿ, ਉਹ ਫਿਰ ਉਹਨਾਂ ਦੇ ਨਾਲ ਕੀ ਬਣਦੀ ਤੋਂ ਅੱਗੇ ਜਾਂਦੇ ਨੇ। ਹਿਰਦੈ ਸੰਦੇਹ ਭਏ ਮੁਝ ਦੋ, ਇਹ ਮੇਰੇ ਮਨ ਦੇ ਅੰਦਰ ਦੋ ਸ਼ੰਕੇ ਆ ਗਏ ਹੁਣ। ਉੱਤਰ ਦੇਹੋ ਦਇਆ ਨਿਧ ਸੋ, ਇਹ ਦਇਆ ਦੇ ਖਜ਼ਾਨੇ ਸਤਿਗੁਰੂ ਮਿਹਰ ਕਰੋ, ਮੈਨੂੰ ਉੱਤਰ ਦਿਓ ਜੀ। ਆਸ ਸੁਨ ਕਾਰਿ ਉਤਪਲ ਦਲ ਲੋਚਨ, ਇਉਂ ਸੁਣ ਕਰਕੇ ਕਮਲ ਪੱਤਰ ਵਾਂ ਬੱਤ ਅੱਖਾਂ ਵਾਲੇ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਨੇ। ਉਚਰੇ ਬਚਨ ਰੁਚਰ ਦੁਖ ਮੋਚਨ, ਮਨੋਹਰ ਨੇਤਰਾਂ ਵਾਲੇ ਸਤਿਗੁਰੂ ਮਹਾਰਾਜ ਦੁੱਖਾਂ ਤੋਂ ਛਡਾਉਣ ਵਾਲੇ ਸੋਹਣੇ ਬਚਨ ਕਰਦੇ ਨੇ। ਜਗਤ ਪਦਾਰਥ ਹਿਤ ਬੈਰਾਗਾ, ਜਗਤ ਦੇ ਪਦਾਰਥਾਂ ਤੋਂ ਵਿਰਾਗ ਦੇਣ ਲਈ। ਤ੍ਰਿਤੀਯ ਸ਼ਬਦ ਪਦ ਲਖਤ ਸੁਭਾਗਾ, ਸੋ ਤੀਸਰਾ ਜਿਹੜਾ ਹੈ ਸ਼ਬਦ ਦਾ ਪਦਾ ਪੌੜੀ, ਉਹ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਨੇ, ਪਰ ਕਿਉਂਕਿ ਸਮਾਂ ਆਪਾਂ ਥੋੜਾ ਜਿਹਾ ਉੱਤੇ ਹੋਇਆ ਸੀ, ਇਸ਼ਾਰਾ ਕੇ 15 ਮਿੰਟ ਉੱਤੇ ਲੱਗ ਜਾਣ ਚੰਗਾ ਹੈ। ਤੇ ਇਸ ਤਰ੍ਹਾਂ ਅੱਗੇ ਪ੍ਰਸੰਗ ਹਲੇ ਚੱਲਦਾ ਹੀ ਰਹੇਗਾ। ਫਿਰ ਹੁਣ ਸੋਮਵਾਰ ਤੋਂ ਅੱਗੇ ਸ਼ਰਵਣ ਕਰਾਂਗੇ, ਕੱਲ ਨੂੰ ਸੈਚਰਡੇ ਨੂੰ ਸਿਮਰਨ ਕਰਾਂਗੇ ਆਪਾਂ ਇਸੇ ਸਮੇਂ ਤੇ, ਔਰ ਇਹਦੇ ਨਾਲ ਨਾਲ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਪਹਿਲਾਂ ਇੰਨਾ ਹੀ ਉਪਦੇਸ਼ ਬਹੁਤ, ਕਿਉਂਕਿ ਹਜਮ ਵੀ ਕਰਨਾ, ਜਿੰਨਾ ਸੁਣਿਆ ਉਹਨੂੰ ਯਾਦ ਵੀ ਰੱਖਣਾ ਕਿ ਅੱਜ ਕੀ ਕੀ ਉਪਦੇਸ਼ ਮਿਲਿਆ। ਸੋ ਅੱਜ ਦੇ ਉਪਦੇਸ਼ ਵਿੱਚ ਕਿੰਨਾ ਸੁੰਦਰ ਉਪਦੇਸ਼ ਦਿੱਤਾ ਗੁਰਾਂ ਨੇ ਕਿ ਮਨ ਨੂੰ ਇੱਕ ਥਾਂ ਟਿਕਾਉਣਾ ਹੈ, ਪਦਾਰਥਵਾਦੀ ਨਾ ਬਣੋ, ਫਿਰ ਨਾਮ ਦੇ ਨਾਲ ਹੀ ਜੁੜੇ ਰਹੋ। ਸਤਿਗੁਰੂ ਆਪੇ ਕਿਰਪਾ ਕਰਨਗੇ। ਆਓ ਹੁਣ ਨਾਮ ਦੇ ਨਾਲ ਜੁੜੀਏ। ਵਾਹਿਗੁਰੂ 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 ਵਾਹਿਗੁਰੂ
ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓਏ ਹੋ ਨਾਨਕ ਚਾਓਏ ਹੋ ਨਾਨਕ ਚਾਓ ਇਹੋ ਨਾਨਕ ਚਾਓ ਇਹੋ ਵਾਹਿਗੁਰੂ 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 ਵਾਹਿਗੁਰੂ